ਸਵਾਗਤ। ਦਿੱਲੀ ਔਰ ਪੰਜਾਬ ਦਾ ਟਕਰਾਅ ਕੋਈ ਪਹਿਲਾ ਟਕਰਾਅ ਨਹੀਂ, ਇਹ ਮੁੱਢ ਕਦੀਮੋਂ ਤੁਰਿਆ ਆਉਂਦਾ ਹੈ। ਜਿਸ ਮੰਜ਼ਰ ਦਾ ਮੈਂ ਜ਼ਿਕਰ ਕਰਨ ਲੱਗਾ ਉਹ ਹੈ 27 ਦਸੰਬਰ 1953 ਦਾ, ਔਰ ਵਾਕਿਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵਾਪਰਦਾ, ਸ਼ਹੀਦਾਂ ਦੀ ਧਰਤੀ ਤੇ। ਪੰਡਿਤ ਜਵਾਹਰ ਲਾਲ ਨਹਿਰੂ ਬਜਿੱਦ ਸੀਗੇ ਉਸ ਧਰਤੀ ਤੋਂ ਸਿਆਸੀ ਭਾਸ਼ਣ ਦੇਣ ਲਈ। ਮਾਸਟਰ ਤਾਰਾ ਸਿੰਘ ਸਾਹਮਣੇ ਖਲੋ ਜਾਂਦੇ ਆ ਔਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬਿਰੰਗ ਮੁੜਨਾ ਪੈਂਦਾ ਹੈ, ਲਾਠੀਚਾਰਜ ਵੀ ਹੁੰਦੇ ਆ। ਸਰਦਾਰ ਸਾਹਿਬ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜਿਹੜੇ ਕਿ ਸਿੱਖ ਸਕਾਲਰ ਨੇ ਸਾਡੇ ਨਾਲ ਆ। ਸਰਦਾਰ ਸਾਹਿਬ ਉਹ ਵਾਕਿਆ ਸੁਣਾਇਓ ਜ਼ਰਾ ਜੀ। ਇਹ ਗੱਲ ਹੈ ਜੀ 27 ਦਸੰਬਰ 1953 ਦੀ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਸੀਗਾ ਤੇ ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਫਤਿਹਗੜ੍ਹ ਸਾਹਿਬ ਆਉਂਦੇ ਹੈ ਔਰ ਉਹਨਾਂ ਨੂੰ ਸੱਦਿਆ ਜਾਂਦਾ ਹੈ ਪ੍ਰਬੰਧਕਾਂ ਵੱਲੋਂ, ਕੁਝ ਲੋਕਾਂ ਵੱਲੋਂ, ਪਤਵੰਤਿਆਂ ਵੱਲੋਂ। ਔਰ ਉਹ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਭਾਸ਼ਣ ਦੇਣ ਲੱਗਦੇ ਆ ਤਾਂ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੇ ਹੱਥੋਂ ਮਾਈਕ ਲੈ ਲੈਂਦੇ ਆ। ਬੜਾ ਰੋਲਾ ਪੈਂਦਾ, ਕੁਦਰਤੀ ਤੌਰ ਤੇ ਸੀ ਕਿ ਪ੍ਰਧਾਨ ਮੰਤਰੀ ਹੈ ਦੇਸ਼ ਦੇ, ਔਰ ਉਸ ਵੇਲੇ ਪੰਡਿਤ ਨਹਿਰੂ ਦੀ ਗੁੱਡੀ ਵੀ ਪੂਰੇ ਅਸਮਾਨ ਦੇ ਉੱਤੇ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਰੋਕ ਲੈਣਾ ਇਹ ਕੋਈ ਮਾਮੂਲੀ ਗੱਲ ਘਟਨਾ ਨਹੀਂ ਸੀਗੀ। ਤਾਂ ਉਸ ਵੇਲੇ ਪੰਡਿਤ ਜੀ ਨੇ ਕਿਹਾ ਕਿ ਮੈਂ ਸਿਰਫ ਇੱਥੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਆਇਆ। ਤਾਂ ਮਾਸਟਰ ਜੀ ਦਾ ਕਹਿਣਾ ਸੀ ਕਿ ਪੰਡਿਤ ਜੀ ਇੱਥੋਂ ਕਈ ਵਾਰ ਲੰਘੇ ਹੈ, ਭਾਖੜਾ ਨੰਗਲ ਜਾਂ ਹੋਰ ਇੱਧਰ ਆਂਦਿਆਂ, ਮਗਰ ਉਹਨਾਂ ਨੂੰ ਕਦੀ ਸ਼ਹੀਦਾਂ ਦਾ ਯਾਦ ਨਹੀਂ ਆਈ, ਸਾਹਿਬਜ਼ਾਦਿਆਂ ਦੀ ਯਾਦ ਨਹੀਂ ਆਈ। ਹੁਣ ਪੰਜਾਬ ਦੇ ਵਿੱਚ ਚੋਣਾਂ ਆ ਗਈਆਂ, ਇਹ ਕਿਉਂ ਹੋ ਰਿਹਾ ਕਿ ਤੁਸੀਂ ਅੱਜ ਕਰ ਰਹੇ ਹੋ? ਉਹਨਾਂ ਨੇ ਕਿਹਾ ਕਿ ਚੋਣਾਂ ਖਤਮ ਹੋ ਜਾਣ ਦਿਓ, 1 ਮਹੀਨੇ ਬਾਅਦ ਅਸੀਂ ਦੁਬਾਰਾ ਉਚੇਚਾ ਇੱਥੇ ਰੱਖਾਂਗੇ ਔਰ ਤੁਹਾਡਾ ਸਾਰਾ ਭਾਸ਼ਣ ਸੁਣਾਂਗੇ ਔਰ ਤੁਹਾਡਾ ਸਨਮਾਨ ਵੀ ਕਰਾਂਗੇ। ਮਗਰ ਇਸ ਦੌਰਾਨ ਮਹਾਰਾਜਾ ਯਾਦਵਿੰਦਰਾ ਸਿੰਘ ਜੀ ਸਨ, ਉਹ ਕਹਿਣ ਲੱਗੇ ਮਾਸਟਰ ਜੀ ਇਹ ਮੈਂ ਇਹਨਾਂ ਨੂੰ ਲਿਆਂਦਾ, ਮੇਰੀ ਇੱਜ਼ਤ ਦਾ ਸਵਾਲ ਹੈ। ਮਾਸਟਰ ਤਾਰਾ ਸਿੰਘ ਦਾ ਕਹਿਣਾ ਸੀ ਕਿ ਤੁਹਾਡੀ ਇੱਜ਼ਤ ਦਾ ਸਵਾਲ ਹੈ, ਦੂਜੇ ਪਾਸੇ ਪੰਥ ਦੀ ਇੱਜ਼ਤ ਦਾ ਸਵਾਲ ਹੈ। ਤਾਂ ਉਸ ਵੇਲੇ ਮਹਾਰਾਜਾ ਯਾਦਵਿੰਦਰਾ ਸਿੰਘ ਜੀ ਨੇ ਕਿਹਾ ਕਿ ਮਾਸਟਰ ਜੀ ਅਸੀਂ ਉੱਤੋਂ ਪੰਥ ਨਾਲ ਲਾਂ, ਵਿੱਚੋਂ ਅਸੀਂ ਵਿੱਚੋਂ ਪੰਥ ਨਾਲ ਲਾਂ ਪਰ ਉੱਤੋਂ ਸਰਕਾਰ ਨਾਲ ਲਾਂ। ਮਾਸਟਰ ਜੀ ਦਾ ਕਹਿਣਾ ਸੀ ਇਦਾਂ ਕਰੋ, ਤੁਸੀਂ ਉੱਤੋਂ ਪੰਥ ਨਾਲ ਹੋ ਜਾਓ, ਵਿੱਚੋਂ ਭਾਵੇਂ ਸਰਕਾਰ ਨਾਲ ਰਹੋ। ਉਹ ਕਹਿਣ ਲੱਗੇ ਜੀ ਫਿਰ ਸਾਨੂੰ ਇਹਨਾਂ ਨੇ ਪੁੱਛਣਾ ਹੀ ਨਹੀਂ। ਤੇ ਉਹ ਜਿਹੜੀ ਸੀ ਨਹੀਂ ਬੋਲਣ ਦਿੱਤਾ, ਉਸ ਸਮੇਂ ਦੇ ਉੱਤੇ ਇੱਕ ਬਹੁਤ ਵੱਡੀ ਘਟਨਾ ਸੀ। ਔਰ ਉਸ ਦੇ ਬਾਅਦ ਇਸ ਦੇ ਚੋਂ ਸਿਧਾਂਤ ਇਹ ਨਿਕਲਿਆ, ਮਾਸਟਰ ਤਾਰਾ ਸਿੰਘ ਨੇ ਬਾਰ-ਬਾਰ ਇਹ ਕਿਹਾ ਕਿ ਹੁਣ ਤੁਹਾਨੂੰ ਨਿਰਣਾ ਕਰਨਾ ਪੈਣਾ, ਅੱਜ ਵੀ ਲੋੜ ਹੈ। ਉਹ ਜਿਹੜਾ ਸਵਾਲ ਪ੍ਰਸ਼ਨ ਚਿੰਨ੍ਹ ਉੱਠਿਆ ਸੀ ਕਿ ਕੀ ਗੁਰਦੁਆਰਿਆਂ ਦੀ ਸਟੇਜ ਹਕੂਮਤ ਦੀ ਜਾਂ ਹਾਕਮਾਂ ਦੀ ਖੁਸ਼ਾਮਦ ਲਈ ਜਾਂ ਪੰਥ ਵਿਰੋਧੀਆਂ ਦੀ ਉਹਨਾਂ ਦੇ ਪ੍ਰਚਾਰ ਪ੍ਰਸਾਰ ਲਈ ਵਰਤੀ ਜਾ ਸਕਦੀ ਹੈ। ਉਹ ਮਾਸਟਰ ਤਾਰਾ ਸਿੰਘ ਦਾ ਜਿਹੜਾ ਇੱਕ ਕਦਮ ਸੀ, ਇੱਕ ਮਾਮੂਲੀ ਕਦਮ ਨਹੀਂ ਸੀਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਰੋਕ ਦੇਣਾ ਔਰ ਨਹੀਂ ਬੋਲਣ ਦਿੱਤਾ। ਅੱਛਾ, ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਮਾਸਟਰ ਤਾਰਾ ਸਿੰਘ ਦੀ ਬਰਸੀ ਹੈ। ਕੁਝ ਘਟਨਾਵਾਂ ਜਿਹੜੀਆਂ ਦਿਲਚਸਪ ਨੇ, ਜਿਨ੍ਹਾਂ ਦਾ ਸਿੱਧਾ ਸੰਬੰਧ ਸਾਡੇ ਅੱਜ ਨਾਲ ਜੁੜਦਾ, ਉਹਨਾਂ ਨਾਲ ਤੁਹਾਡੀ ਸਾਂਝ ਪਵਾਵਾਂਗੇ। ਅੱਜ ਦੀ ਲੀਡਰਸ਼ਿਪ ਤੇ ਪੁਰਾਣੀ ਲੀਡਰਸ਼ਿਪ ਦੇ ਵਿੱਚ ਫਰਕ ਦੀਆਂ ਗੱਲਾਂ ਵੀ ਕਰਾਂਗੇ। ਲੇਕਿਨ ਮੈਂ ਸਭ ਤੋਂ ਪਹਿਲਾਂ ਲਾਂਬਾ ਸਾਹਿਬ ਇਹ ਪੁੱਛਣਾ ਚਾਹੂੰਗਾ, ਕਿਉਂਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਇਤਿਹਾਸ ਦੇ ਵਿੱਚੋਂ ਵਿੱਚ ਦੀ ਲੰਘੇ ਹੋ। ਮੈਨੂੰ ਇਹ ਦੱਸੋ ਕਿ ਮਾਸਟਰ ਤਾਰਾ ਸਿੰਘ ਤੇ ਇਹ ਵੀ ਇਲਜ਼ਾਮ ਆਉਂਦਾ ਹੈ, ਪੰਥ ਰਤਨ ਭਾਵੇਂ ਉਹਨਾਂ ਨੂੰ ਕਿਹਾ ਗਿਆ, ਪੰਥ ਖਤਰੇ ਦਾ ਨਾਰਾ ਵੀ ਮਾਸਟਰ ਤਾਰਾ ਸਿੰਘ ਵੱਲੋਂ ਦਿੱਤਾ ਜਾਂਦਾ ਰਿਹਾ। ਲੇਕਿਨ ਅੱਜ ਵੀ ਲੋਕ ਇਹ ਕਹਿੰਦੇ ਆ ਕਿ ਜਦੋਂ ਪਾਰਟੀਸ਼ਨ ਹੋਣੀ ਸੀ, 47 ਚ ਵੰਡ ਹੋਣੀ ਸੀ, ਸਿੱਖਾਂ ਨੂੰ ਨਿਆਂ ਨਾ ਮਿਲਣ ਦਾ ਕਾਰਨ ਉਦੋਂ ਦੀ ਲੀਡਰਸ਼ਿਪ ਦੀਆਂ ਅਣਗਹਿਲੀਆਂ, ਲਾਪਰਵਾਹੀਆਂ ਜਾਂ ਘੱਟ ਵਿਜ਼ਨਰੀ ਹੋਣਾ। ਮੈਨੂੰ ਦੱਸਿਓ ਉਦੋਂ ਦੇ ਵੀ ਕੁਝ ਘਟਨਾਕ੍ਰਮ ਤੁਹਾਡੇ ਕੋਲ ਹੈਗੇ? ਕਿਉਂਕਿ ਮੈਨੂੰ ਪਤਾ ਉਹ ਪਟੇਲ ਨਾਲ ਵੀ ਉਲਝ ਗਏ, ਮੁਸਲਿਮ ਲੀਗ ਨਾਲ ਵੀ ਉਲਝ ਗਏ, ਕਈ ਐਸੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਤੋਂ ਲੈਣੀਆਂ, ਪਰ ਮੈਨੂੰ ਉਹ ਕਲੀਅਰ ਕਰ ਦਿਓ ਕਿ ਜਿਹੜੇ ਹੁਣ ਤੱਕ ਵੀ ਦੋਸ਼ ਆਇਦ ਹੁੰਦੇ ਆ ਉਹਨਾਂ ਦਾ ਨਿਪਟਾਰਾ ਹੁੰਦਾ। ਰੰਧਾਵਾ ਸਾਹਿਬ ਬਹੁਤ ਸਪਸ਼ਟ ਹੈ, ਬਿਲਕੁਲ ਉਹਦੇ 'ਚ ਕੋਈ ਦੁਬਿਧਾ ਨਹੀਂ ਹੈਗੀ। ਉਹ ਸਾਰੇ ਦੇ ਸਾਰੇ ਡਾਕੂਮੈਂਟ ਮੌਜੂਦ ਹੈਗੇ ਹੈ ਜਿਹੜੇ ਕਿ ਉਸ ਵੇਲੇ ਦੇ ਹੈ। ਔਰ ਉਹਦੇ ਵਿੱਚ ਇੱਕ ਗੱਲ ਸਮਝਣ ਵਾਲੀ ਹੈ ਕਿ ਜਦੋਂ ਅੰਗਰੇਜ਼ਾਂ ਨੇ ਡਿਸਾਈਡ ਕਰ ਲਿਆ, ਇਹ ਨਿਰਣਾ ਲੈ ਲਿਆ ਕਿ ਉਹ ਭਾਰਤ ਨੂੰ ਛੱਡ ਕੇ ਜਾਣਗੇ, ਉੱਥੇ ਉਹਨਾਂ ਨੇ 2 ਨੇਸ਼ਨ ਥਿਊਰੀ ਦਿੱਤੀ। 23 ਮਾਰਚ 1940 ਨੂੰ ਮੁਸਲਿਮ ਲੀਗ ਨੇ ਲਾਹੌਰ ਦੇ ਵਿੱਚ ਕਰਾਰਦਾਦ ਤੇ ਪਾਕਿਸਤਾਨ ਪਾਸ ਕੀਤੀ। ਉਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬੰਦਾ ਮਰ ਜਾਵਾਂਗੇ ਮਗਰ ਇਸ ਮਤੇ ਤੇ ਫੁੱਲ ਚੜਾਵਾਂਗੇ। ਉਹ ਮਤਾ ਸੀ ਜਿਹੜਾ ਉਸ ਮਤੇ ਦੇ ਵਿੱਚ ਸੀ ਕਿ ਪੂਰੇ ਦਾ ਪੂਰਾ ਪੰਜਾਬ, ਪੂਰਾ ਸਿੰਧ, ਅਫਗਾਨਿਸਤਾਨ, ਇਹ ਸਾਰੇ ਦਾ ਸਾਰਾ ਜਿਹੜਾ ਇਲਾਕਾ ਹੈਗਾ, ਇਹ ਸ਼ੁਰੂ ਤੋਂ ਸਦੀਆਂ ਤੋਂ ਮੁਸਲਮਾਨਾਂ ਦੇ ਅੰਡਰ ਰਿਹਾ, ਮੁਸਲਿਮ ਹਕੂਮਤ ਰਿਹਾ। ਕੁਝ ਸਮੇਂ ਲਈ
ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਪਰ ਇਹ ਮੁਸਲਿਮ ਸਟੇਟ ਹੈ, ਇਹ ਸਾਰੇ ਦਾ ਸਾਰਾ ਇਸਲਾਮਿਕ ਸਟੇਟ ਬਣੇਗਾ ਜਿਹੜੀ ਸ਼ਰਅ ਦੇ ਮੁਤਾਬਕ ਹੋਏਗੀ। ਹੁਣ ਇਹ ਜਿਹੜਾ ਪਾਸ ਕਰ ਦਿੱਤਾ ਗਿਆ ਔਰ ਕਾਂਗਰਸ ਹਮੇਸ਼ਾ ਤੇ ਦੇਸ਼ ਦੀ ਵੰਡ ਨਹੀਂ ਮੰਨਾਂਗੇ, ਧਰਮ ਦੇ ਆਧਾਰ ਤੇ ਨਹੀਂ ਵੰਡਾਂਗੇ, ਅਸੀਂ ਧਰਮ ਨਿਰਪੱਖ ਹਾਂ, ਅਸੀਂ ਸੈਕੂਲਰ ਹਾਂ। ਪਰ ਅਚਾਨਕ ਹੀ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਭਾਰਤ ਮੇਰੀ ਮਾਤਾ, ਮੈਂ ਇਹਦੇ ਦੋ ਟੁਕੜੇ ਨਹੀਂ ਹੋਣ ਦਿਆਂਗਾ। ਪਰ ਦੇਖੋ ਹੈਰਾਨੀ ਔਰ ਕਿਤਨੀ ਵੱਡੀ ਗੱਲ ਹੈ ਕਿ ਉਹਨਾਂ ਨੇ ਰਾਜਾ ਗਾਂਧੀ ਫਾਰਮੂਲਾ ਦੇ ਕੇ ਕਾਂਗਰਸ ਨੇ ਟੂ ਨੇਸ਼ਨ ਥਿਊਰੀ ਮੰਨ ਲਈ ਔਰ ਸਿੱਖਾਂ ਨੂੰ, ਪੂਰੇ ਪੰਜਾਬ ਨੂੰ ਪਾਕਿਸਤਾਨ ਨੂੰ ਦੇਣਾ ਮੰਨ ਲਿਆ। ਇਹ ਤੁਸੀਂ ਕਦੀ ਬੈਠ ਕੇ ਉਸ ਮੰਜ਼ਰ ਨੂੰ ਕਦੀ ਸੋਚੋ। ਉਸ ਵੇਲੇ ਸਿੱਖਾਂ ਦੀ ਕੁੱਲ ਆਬਾਦੀ ਪੰਜਾਬ ਦੇ ਵਿੱਚ 80 ਲੱਖ ਸੀ, ਪੂਰੇ ਹਿੰਦੁਸਤਾਨ 'ਚ 80 ਲੱਖ ਸੀ। ਇਹਨੂੰ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਪੂਰੇ ਹਿੰਦੁਸਤਾਨ ਵਿੱਚ ਸਿੱਖਾਂ ਦੀ ਆਬਾਦੀ 80 ਲੱਖ ਸੀ, 50 ਲੱਖ ਪੰਜਾਬ ਵਿੱਚ ਸੀ, 30 ਲੱਖ ਬਾਕੀ ਹਿੰਦੁਸਤਾਨ 'ਚ ਸੀ। ਤਾਰਾ ਸਿੰਘ ਨੂੰ ਇੱਕ ਪਾਸੇ ਕਰ ਦਿਓ, ਉਸ ਵੇਲੇ ਸਾਰੇ ਦਾ ਸਾਰਾ ਪੰਥ ਇਕੱਠਾ ਸੀ। ਹਾਂ, ਅਗਵਾਈ ਮਾਸਟਰ ਤਾਰਾ ਸਿੰਘ ਦੀ ਮੰਨੀ ਸਾਰਿਆਂ ਨੇ, ਹਿੰਦੂਆਂ ਨੇ ਵੀ ਮੰਨੀ, ਸਿੱਖਾਂ ਨੇ ਵੀ ਮੰਨੀ, ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਮੰਨੀ। ਸੋ ਉਹਨਾਂ ਨੇ ਇਹ ਕਿਹਾ ਕਿ ਦਰਅਸਲ ਇਹ ਦੇਸ਼ ਦੇ ਟੁਕੜੇ ਨਹੀਂ ਹੋ ਰਹੇ, ਇਹ ਸਿੱਖ ਕੌਮ ਦੇ ਦੋ ਟੁਕੜੇ ਹੋ ਰਹੇ ਆ। ਜਿਹੜੇ 50 ਲੱਖ ਅਗਰ ਉਹਦੇ ਵਿੱਚੋਂ ਪੰਜਾਬ ਅਗਰ ਇਸਲਾਮਿਕ ਸ਼ਰੀਆ ਲਾ ਦੇ ਅੰਡਰ ਚਲਾ ਜਾਂਦਾ ਹੈ ਔਰ ਦੂਜੇ ਪਾਸੇ 30 ਲੱਖ ਹਿੰਦੁਸਤਾਨ 'ਚ ਆ ਜਾਂਦਾ ਹੈ, ਇਹ ਦੇਸ਼, ਇਹ ਕੌਮ ਦੇ ਦੋ ਟੁਕੜੇ ਦੋਨੋਂ ਪਾਸੇ ਮਾਰੇ ਜਾਣਗੇ। ਇਹ ਅਸੀਂ ਕਦੀ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕਿ ਮਾਸਟਰ ਤਾਰਾ ਸਿੰਘ ਹਮੇਸ਼ਾ ਕਹਿੰਦੇ ਹੁੰਦੇ ਸੀ, ਮੇਰਾ ਦੇਸ਼ ਉਹ ਹੈ ਜਿਹਦੇ ਵਿੱਚ ਪੰਥ ਵਸਦਾ ਹੈ ਜੀ। ਮੈਂ ਦੇਸ਼ ਦੀ ਖਾਤਰ ਮੈਂ ਪੰਥ ਨਹੀਂ ਛੱਡ ਸਕਦਾ, ਪੰਥ ਦੀ ਖਾਤਰ ਮੈਂ ਦੇਸ਼ ਛੱਡ ਸਕਦਾ। ਇਹ ਬੜੀ ਵੱਡੀ ਗੱਲ ਸੀ। ਔਰ ਉਸ ਵੇਲੇ ਜਦੋਂ ਇਹ ਹਾਲਾਤ ਬਣੇ ਆ ਤਾਂ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਹੈ ਜਿਹੜੀ ਓਰੀਜਨਲ ਹੈ, ਬਾਅਦ ਵਿੱਚ ਉਹਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਉਹ ਓਰੀਜਨਲ ਸਾਖੀ ਸਰਦਾਰ ਕਪੂਰ ਸਿੰਘ ਦੀ ਜ਼ਰੂਰ ਪੜਨ ਵਾਲੀ ਹੈ, ਜਿਹੜੀ ਦਸਤਖਤ ਕੀਤੀ ਹੋਈ ਮੇਰੇ ਕੋਲ ਮੌਜੂਦ ਵੀ ਹੈ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੁਸਲਿਮ ਲੀਗ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ, ਅਸੀਂ ਤੁਹਾਨੂੰ ਸਬ ਨੇਸ਼ਨ ਸਟੇਟਸ ਦੇਵਾਂਗੇ, ਯਾਨੀ ਤੁਹਾਨੂੰ ਕੌਮ ਮੰਨਣ ਲਈ ਤਿਆਰ ਨਹੀਂ ਹੈਗੇ। ਕਿ ਕੋਈ ਜ਼ਿੰਦਾ ਕੌਮ ਦੇ ਟੁਕੜੇ ਵੀ ਕਰਵਾ ਲਵੇ ਔਰ ਇੱਕ ਕੌਮ ਹੋਣ ਦਾ ਹੱਕ ਵੀ ਗਵਾ ਲਵੇ, ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਔਰ ਇਹ ਜਿਹੜੀ ਗੱਲ ਸੀ, ਉਹਨਾਂ ਨੇ ਨਿਰਣਾ ਕਰ ਲਿਆ ਪੰਥ ਨੇ, ਕੇਵਲ ਮਾਸਟਰ ਤਾਰਾ ਸਿੰਘ ਨੇ ਨਹੀਂ। ਉਸ ਵੇਲੇ ਘੱਟੋ ਘੱਟ 20-25 ਕਾਨਫਰੰਸਾਂ ਹੋਈਆਂ, ਹਰ ਇੱਕ ਦੇ ਵਿੱਚ ਇੱਕੋ ਗੱਲ ਸੀ ਕਿ ਪੰਥ ਕਿੱਦਾਂ ਬਚੇਗਾ, ਪੰਥ ਨੂੰ ਬਚਾਉਣਾ ਹੈਗਾ, ਇਹ ਕਿਸ ਤਰ੍ਹਾਂ ਬਚ ਸਕਦਾ ਹੈ? ਕਿਉਂਕਿ ਰਾਜ ਹੁਣ ਵੋਟਾਂ ਦਾ ਆ ਰਿਹਾ ਹੈ, 101 ਗਦਾ 100 ਸ਼ੇਰਾਂ ਤੇ ਰਾਜ ਕਰੇਗਾ। ਕਿਉਂਕਿ ਇਹ ਬੜੀ ਸਿੰਪਲ ਗੱਲ ਹੈ। ਇਕਬਾਲ ਨੇ ਵੀ ਕਿਹਾ ਸੀ ਕਿ ਇਹ ਜਿਹੜਾ ਜਮਹੂਰੀਅਤ ਹੈ, ਇਹ ਜਿਹੜੀ ਡੈਮੋਕ੍ਰੇਸੀ ਹੈ, ਇਹਦੇ 'ਚ ਸਿਰ ਗਿਣੇ ਜਾਂਦੇ ਹੈ, ਤੋਲੇ ਨਹੀਂ ਜਾਂਦੇ, ਸਿਰਾਂ ਦੀ ਕੀਮਤ ਨਹੀਂ ਪੈਂਦੀ। ਉਹ ਜਿਹੜੀ ਪਹਿਲੇ ਸਿੱਖਾਂ ਦੀ ਕੀਮਤ ਪੈਂਦੀ ਸੀ, ਹੁਣ ਗਿਣਤੀ ਨਾਲ ਹੋਣਾ ਹੈ, ਔਰ ਅਸੀਂ ਦੇਖ ਵੀ ਰਹੇ ਹਾਂ। ਇਸ ਕਰਕੇ ਉਹ 3 ਮਾਰਚ 1947 ਨੂੰ ਅਸੈਂਬਲੀ, ਇਸ ਤੋਂ ਪਹਿਲੇ ਘਟਨਾ ਬੜੀ ਇੰਪੋਰਟੈਂਟ ਹੈ, ਪੰਜਾਬ ਦੇ ਵਿੱਚ ਖਿਜ਼ਰ ਹਯਾਤ ਟਿਵਾਣਾ ਦੀ ਮਿਨਿਸਟਰੀ ਸੀ, ਉਹ ਚੀਫ ਮਿਨਿਸਟਰ ਸਨ, ਪਰ ਉਹਨਾਂ ਨੇ ਇਸਤੀਫਾ ਦੇ ਦਿੱਤਾ ਮੁਸਲਿਮ ਲੀਗ ਦੇ ਦਬਾਅ ਥੱਲੇ ਆ ਕੇ। ਉਹ ਯੂਨੀਅਨਿਸਟ ਮਿਨਿਸਟਰੀ ਜੀ, ਉਹ ਇਸਤੀਫਾ ਦੇ ਦਿੱਤਾ। ਦੁਬਾਰਾ ਚੋਣਾਂ ਹੋਈਆਂ, ਮੁਸਲਿਮ ਲੀਗ ਨੇ ਪਾਕਿਸਤਾਨ ਦੇ ਨਾਂ ਤੇ ਚੋਣ ਲੜੀ ਔਰ ਪਾਕਿਸਤਾਨ ਮੁਸਲਿਮ ਲੀਗ ਜਿੱਤ ਗਈ। ਹੁਣ ਸਮਾਂ ਆ ਰਿਹਾ ਪਾਰਟੀਸ਼ਨ ਦਾ ਔਰ ਮੁਸਲਿਮ ਲੀਗ ਦੀ ਮਿਨਿਸਟਰੀ ਬਣਨੀ ਹੈ, ਔਰ ਉਸ ਵੇਲੇ 22 ਜਾਂ 23 ਮੈਂਬਰ ਅਸੈਂਬਲੀ ਉਹਦੇ ਚੋਂ ਬਾਹਰ ਨਿਕਲੇ ਆ, ਕਿਲੇ ਚੋਂ ਬਾਹਰ ਨਿਕਲੇ ਆ, ਔਰ ਮਾਸਟਰ ਤਾਰਾ ਸਿੰਘ ਅੱਗੇ ਹੈ, ਵੱਡਾ ਹਜੂਮ ਹੈ। ਮਾਸਟਰ ਤਾਰਾ ਸਿੰਘ ਨੇ ਆਪਣੀ ਸ੍ਰੀ ਸਾਹਿਬ ਹਮੇਸ਼ਾ ਰੱਖਦੇ ਸੀ, ਹਮੇਸ਼ਾ 3 ਫੁੱਟੀ ਸ੍ਰੀ ਸਾਹਿਬ ਰੱਖਦੇ ਸੀ। ਉਹਨਾਂ ਨੇ ਉੱਤੇ ਚੁੱਕ ਕੇ ਨਾਰਾ ਮਾਰਿਆ, ਪਾਕਿਸਤਾਨ ਮੁਰਦਾਬਾਦ। ਉਸ ਵੇਲੇ ਲੱਗਿਆ ਕਿ ਹੁਣ ਮਾਸਟਰ ਤਾਰਾ ਸਿੰਘ ਨਹੀਂ ਬਚ ਸਕਦਾ, ਪਰ ਉਸ ਤੋਂ ਬਾਅਦ ਮੁਸਲਿਮ ਲੀਗ ਨੂੰ ਇਹ ਲੱਗਿਆ ਕਿ ਇਹ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਵੱਡੀ ਰੁਕਾਵਟ ਹੈ ਔਰ ਫਸਾਦ ਸ਼ੁਰੂ ਹੋ ਗਏ। ਔਰ ਉਹ ਫਸਾਦ ਇਤਨੇ ਜ਼ਬਰਦਸਤ ਹੋਏ, ਸਾਰੀ ਜਗ੍ਹਾ ਦੇ ਉੱਤੇ ਹੋਏ। ਔਰ ਇਸ਼ਤਿਆਕ ਅਹਿਮਦ ਦੀ ਜਿਹੜੀ ਕਿਤਾਬ ਹੈ ਬਲੱਡਿਡ ਪੰਜਾਬ, ਉਹਦੇ 'ਚ ਵੀ ਲਿਖਿਆ, ਉਹ ਸਾਰੇ ਦੇ ਸਾਰੇ ਉਸ ਇਲਾਕੇ ਵਿੱਚ ਸ਼ੁਰੂ ਹੋਏ ਜਿਹਨੂੰ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ। ਔਰ ਉਹਦੇ 'ਚ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਮਗਰ ਉਸ ਦੇ ਬਾਅਦ ਗਵਰਨਮੈਂਟ ਆਫ ਇੰਡੀਆ, ਬਰਤਾਨੀਆ ਦੀ ਜਿਹੜੇ ਉਹਨਾਂ ਦੀ ਫਰੰਗੀਆਂ ਦੀ ਸਰਕਾਰ ਸੀ ਭਾਰਤ ਦੇ ਉੱਤੇ ਕਾਬਜ਼, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੁਸਲਿਮ ਲੀਗ ਦੀ ਵਜ਼ਾਰਤ ਨਹੀਂ ਬਣੇਗੀ, ਪੰਜਾਬ ਦਾ ਬਟਵਾਰਾ ਹੋਏਗਾ। ਸੋ ਹਿੰਦੂ ਕਾਂਗਰਸ ਔਰ ਮੁਸਲਿਮ ਲੀਗ ਨੇ ਮਿਲ ਕੇ, ਕਿਉਂਕਿ ਉਸ ਵੇਲੇ ਹਿੰਦੂ ਕਾਂਗਰਸ ਕਿਹਾ ਜਾਂਦਾ ਸੀ, ਹਿੰਦੂ ਕਾਂਗਰਸ ਮੁਸਲਿਮ ਲੀਗ ਨੇ ਮਿਲ ਕੇ ਦੇਸ਼ ਦਾ ਬਟਵਾਰਾ ਕਰਾਇਆ।
ਇਹ ਸਿੱਖ ਲੀਡਰਸ਼ਿਪ ਸੀ ਜਿਸ ਨੇ ਪੰਜਾਬ ਦਾ ਬਟਵਾਰਾ ਕਰਾ ਕੇ ਸਿੱਖਾਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ। ਅਗਰ ਇਹ ਨਾ ਹੁੰਦਾ, ਸਹਿਜੇ ਅਨੁਮਾਨਿਆ ਜਾ ਸਕਦਾ ਹੈਗਾ ਕਿ ਕੌਮ ਦੀ ਕੀ ਹਾਲਤ ਹੋਣੀ ਸੀ। ਹੁਣ ਤੁਸੀਂ ਕਹਿੰਦੇ ਹੋ ਕਿਉਂ ਜੀ, ਇਹ ਡੇਟ, ਇਹ 1946 ਦਾ ਸਮਾਂ ਹੈ, ਇਹ ਪਾਰਟੀਸ਼ਨ 3 ਤੋਂ ਮਾਰਚ 1947, ਜੀ 3 ਮਾਰਚ 1947। 47, ਅੱਛਾ। ਸੋ ਇਹ ਉਦੋਂ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਉਸ ਜਿਹੜੇ ਫਸਾਦ ਹੁੰਦੇ ਆ, ਰੌਲਾ ਰੱਪਾ ਪੈਂਦਾ, ਮਾਰ ਟੁੱਕ ਹੁੰਦੀ ਹੈ, ਉਹਦੇ ਤੋਂ ਬਾਅਦ ਅੰਗਰੇਜ਼ ਫੈਸਲਾ ਕਰਦਾ ਹੈ ਕਿ ਸਿੱਖਾਂ ਨੂੰ ਧਿਰ ਮੰਨ ਲਿਆ ਜਾਵੇ। ਧਿਰ ਨਹੀਂ ਮੰਨਿਆ। ਧਿਰ ਮੰਨਣ ਦਾ ਇਹ ਸੀ, ਉਹਨਾਂ ਨੇ ਜਦੋਂ ਵੀ ਦੇਖੋ ਫਸਟ ਵਰਲਡ ਵਾਰ ਤੋਂ ਬਾਅਦ, ਜੰਗੇ ਅਜ਼ੀਮ ਪਹਿਲੀ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੇ ਮੁਲਕ ਨੂੰ ਛੱਡਿਆ, ਇੱਥੇ ਉਹ ਜਿਹੜਾ ਜਮਹੂਰੀਅਤ ਦੀ ਜਾਂ ਡੈਮੋਕ੍ਰੇਸੀ ਦਾ ਉਸ ਨੂੰ ਕੀਤਾ, ਜਿਹਨੂੰ ਇਕਬਾਲ ਨੇ ਕਿਹਾ ਸੀ, ਕਹਿੰਦਾ ਇਹ ਜਲਾਲੇ ਪਾਤਸ਼ਾਹੀ ਹੋ ਜਾਂ ਹੋ ਜਮਹੂਰੀਅਤ का तमाशा, जुदा हो दी सियासत से तो रह जाती है चंगेजी। ਇੱਕ ਗੱਲ ਬੜੀ ਸਮਝਣ ਵਾਲੀ ਹੈ ਕਿ ਜਿੱਥੇ ਫਿਰਕਾ ਪ੍ਰਸਤੀ ਹੋਏਗੀ, ਕਮਿਊਨਲਿਜ਼ਮ ਹੋਏਗਾ ਜਿਨ੍ਹਾਂ ਮੁਲਕਾਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ, ਉੱਥੇ ਡੈਮੋਕ੍ਰੇਸੀ ਹੋਏਗੀ ਤਾਂ ਉਹ ਅਕਲੀਅਤ ਲਈ, ਘੱਟ ਗਿਣਤੀ ਲਈ, ਉਹ ਉਹਨਾਂ ਲਈ ਇਤਨੀ ਜ਼ਿਆਦਾ ਅਜ਼ਾਬ ਪੈਦਾ ਕਰੇਗੀ, ਉਹਨਾਂ ਲਈ ਜ਼ਿੰਦਗੀ ਔਰ ਮੌਤ ਦਾ ਸਵਾਲ ਬਣ ਜਾਂਦੀ ਹੈ। ਇਹ ਤੁਸੀਂ ਦੇਖ ਰਹੇ ਹੋ ਜਿਸ ਵੀ ਖਿੱਤੇ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਇਆ। ਉਸ ਕਰਕੇ ਇਹ ਸਿੱਖ ਲੀਡਰਸ਼ਿਪ ਦਾ ਸੀ ਕਿ ਅਸੀਂ ਉਹ ਪਾਕਿਸਤਾਨ ਦੀ ਵਿਰੋਧਤਾ ਇਸ ਕਰਕੇ ਕਰ ਰਹੇ ਸੀ ਕਿ ਉਹਨਾਂ ਦਾ ਸੀ ਕਿ ਅਸੀਂ ਘੱਟ ਗਿਣਤੀ 'ਚ, ਮੁਸਲਮਾਨ ਵੀ ਘੱਟ ਗਿਣਤੀ 'ਚ ਹੈ। ਅਗਰ ਇਹ ਘੱਟ ਗਿਣਤੀ ਦੋਨੋਂ ਇਕੱਠੇ ਰਵਾਂਗੇ ਤੇ ਕੁਝ ਸਾਡੀ ਤਾਕਤ ਬਣੇਗੀ। ਪਰ ਜਦੋਂ ਮੁਸਲਿਮ ਲੀਗ ਨੇ ਐਲਾਨ ਕਰ ਦਿੱਤਾ ਅਸੀਂ ਨਹੀਂ ਰਹਿਣਾ, ਸਾਡਾ ਕਲਚਰ ਵੱਖਰਾ ਹੈ, ਸਾਡਾ ਸਿਧਾਂਤ ਵੱਖਰਾ ਹੈ, ਉਸ ਵੇਲੇ ਉਹਨਾਂ ਨੇ, ਜਦੋਂ ਸਿੱਖਾਂ ਨੇ ਪਹਿਲਾਂ ਵਿਰੋਧਤਾ, ਉਹਦੀ ਵਿਰੋਧਤਾ ਕੀਤੀ ਸੀ ਔਰ ਬਾਅਦ ਵਿੱਚ ਇਹ ਸਿੱਖਾਂ ਦੀ ਤੇ ਮੁਸਲਮਾਨਾਂ ਦੀ, ਮੁਸਲਿਮ ਲੀਗ ਦੀ ਲੀਡਰਸ਼ਿਪ ਦੀ ਆਪਸ ਵਿੱਚ ਜਿਹੜਾ ਟਕਰਾਅ ਹੋਇਆ, ਇਹ ਕਾਰਨ ਸੀ ਜੀ। ਅੱਛਾ, ਇਹ ਇਸ ਤੋਂ ਬਾਅਦ ਜਿਹੜਾ ਅਸੀਂ ਮਾਸਟਰ ਤਾਰਾ ਸਿੰਘ ਨੂੰ ਜ਼ਿੰਮੇਵਾਰ ਨਹੀਂ ਮੰਨ ਸਕਦੇ, ਉਹ ਜਿੰਨਾ ਕਰ ਸਕਦੇ ਸੀ ਤੁਹਾਡਾ ਮਤਲਬ ਉਹਨਾਂ ਨੇ ਕੀਤਾ। ਰੰਧਾਵਾ ਸਾਹਿਬ, ਇਸ ਦੇ ਵਿੱਚ ਇੱਕ ਚੀਜ਼ ਹੋਰ ਹੈਗੀ ਹੈ। ਤੁਸੀਂ ਗੱਲ ਇਹ ਹੈ, ਦੇਖੋ ਬੜੀ ਸਿੰਪਲ ਜੀ ਗੱਲ ਹੁੰਦੀ ਹੈ ਕਿ ਜਿਹੜਾ ਹਾਕਮ ਹੁੰਦਾ ਉਹ ਤੁਹਾਡੇ ਲੀਡਰਸ਼ਿਪ ਨੂੰ ਬਦਨਾਮ ਕਰਦਾ ਜੀ। ਜੇ ਕਹਿ ਲਿਆ ਜਾਏ, ਅਗਰ ਬਲੂ ਸਟਾਰ ਵੀ ਹੋਇਆ, ਉਸ ਵੇਲੇ ਵੀ ਸਰਕਾਰ ਵੱਲੋਂ ਸਾਰੇ ਦਾ ਸਾਰਾ ਦੋਸ਼ ਜਿਹੜਾ ਹੈ ਉਹ ਸਿੱਖਾਂ ਦੇ ਉੱਤੇ ਹੀ ਮੜਿਆ ਗਿਆ ਤੇ ਇਹਨਾਂ ਨੇ ਕਰਾਇਆ, ਇਹਨਾਂ ਦੀ ਇਹ ਜ਼ਿੰਮੇਵਾਰੀ। ਇਸੇ ਤਰੀਕੇ ਦੇ ਨਾਲ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ, 6 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਕਬਜ਼ੇ 'ਚ ਲਿਆ ਔਰ ਉਹਦੇ ਬਾਅਦ ਸਮਝੌਤਾ ਕੀਤਾ, ਔਰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਖਾਲੀ ਕੇਅਰ ਟੇਕਰ ਰਵਾਂਗੇ, ਪਰ ਕੁਝ ਸਾਲਾਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਮਹਾਰਾਜਾ ਦਲੀਪ ਸਿੰਘ ਨੇ ਸਮਝੌਤਾ ਤੋੜ ਦਿੱਤਾ, ਦੋਸ਼ ਇਹਨਾਂ ਦਾ, ਇਸ ਕਰਕੇ ਅਸੀਂ ਪੰਜਾਬ ਤੇ ਕਬਜ਼ਾ ਕਰ ਰਹੇ ਹਾਂ। ਇਹ ਤਾਂ ਉਹ ਬੱਕਰੇ ਤੇ ਉਹ ਜਿਹੜੀ ਮੇਮਨੇ ਦੀ ਤੇ ਸ਼ੇਰ ਵਾਲੀ ਗੱਲ ਹੈ ਕਿ ਉਹਨੇ ਮਾਰਨਾ ਹੀ ਮਾਰਨਾ ਔਰ ਦੋਸ਼ ਵੀ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਵੀ ਇਲਜ਼ਾਮ ਲਾਏ ਕਿ ਪਲੰਡਰਰ ਐਂਡ ਰਿਫਾਈਨ ਹੈਗੇ ਆ। ਗੁਰੂ ਅਰਜਨ ਦੇਵ ਜੀ ਨੂੰ ਕਿਹਾ ਗਿਆ ਕਿ ਇਹ ਦੁਕਾਨੇ ਬਾਤਲ ਹੈ, ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੈ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਕਾਰਨ ਇਹ ਹੈ ਕਿ ਅੰਗਰੇਜ਼ਾਂ ਨਾਲ ਮਾਸਟਰ ਤਾਰਾ ਸਿੰਘ ਲੜਦੇ ਰਹੇ, ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਮੁਸਲਿਮ ਲੀਗ ਨਾਲ ਲੜੇ, ਕਾਂਗਰਸ ਨਾਲ ਲੜਦੇ ਰਹੇ। ਬਾਕੀ 1967 ਦੇ ਵਿੱਚ ਆ ਕੇ ਜਦੋਂ ਅਕਾਲੀ ਦਲ ਦੋ ਫਾੜ ਹੁੰਦਾ, ਸਰਦਾਰ ਕਪੂਰ ਸਿੰਘ ਰਹਿ ਜਾਂਦੇ ਆ ਮਾਸਟਰ ਤਾਰਾ ਸਿੰਘ ਦੇ ਨਾਲ। ਮਾਸਟਰ ਕਪੂਰ ਸਿੰਘ ਜੀ ਨੇ ਖੁਦ ਲਿਖਿਆ ਕਿ ਮੈਨੂੰ ਮਾਸਟਰ ਤਾਰਾ ਸਿੰਘ ਨੇ ਪਾਰਲੀਮੈਂਟ ਵਿੱਚ ਭੇਜਿਆ। ਕਪੂਰ ਸਿੰਘ ਜੀ ਨੇ ਖੁਦ ਲਿਖਿਆ, ਸਰਦਾਰ ਕਪੂਰ ਸਿੰਘ ਨੇ, ਕਿ ਜਿਹੜੀ ਸਪੀਚ ਮੈਂ ਇਤਿਹਾਸਕ ਸਪੀਚ ਪਾਰਲੀਮੈਂਟ ਵਿੱਚ ਦਿੱਤੀ ਸੀ ਕਿ ਸਿੱਖਾਂ ਦੇ ਨਾਲ ਬੇਵਸਾਹੀ ਜਾਂ ਬੈਟਰੀਅਲ ਆਫ ਦਾ ਸਿੱਖਸ, ਉਹਦਾ ਡਰਾਫਟ ਮਾਸਟਰ ਤਾਰਾ ਸਿੰਘ ਨੇ ਅਪਰੂਵ ਕੀਤਾ ਸੀ। ਇਹ ਸਾਰੇ ਘਟਨਾਕ੍ਰਮ, ਔਰ ਸਰਦਾਰ ਕਪੂਰ ਸਿੰਘ ਨੇ ਇਹ ਗੱਲ ਵੀ ਲਿਖੀ ਹੈ ਕਿ ਜੇਕਰ ਵਾਹਿਗੁਰੂ ਨੇ ਮਾਸਟਰ ਤਾਰਾ ਸਿੰਘ ਨੂੰ 10 ਸਾਲ ਹੋਰ ਦਿੱਤੇ ਹੁੰਦੇ ਤਾਂ ਉਹਨਾਂ ਨੇ ਸਿੱਖਾਂ ਨੂੰ ਪੰਜਾਬ ਵਿੱਚ ਹੀ ਨਹੀਂ, ਭਾਰਤ ਵਿੱਚ ਨਹੀਂ, ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਖੁਦ ਮੁਖਤਿਆਰ ਇੱਕ ਤਾਕਤ ਬਣ ਕੇ ਉਹਨਾਂ ਨੇ ਪੇਸ਼ ਕਰਨਾ ਸੀ, ਪਰ ਐਸਾ ਹੋਇਆ ਨਹੀਂ। ਔਰ ਇਹ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਦੀ ਸਾਰੀ ਹੈ, ਉਹਨਾਂ ਦੇ ਨਾਂ ਦੇ ਉੱਤੇ ਹੀ ਸਰਦਾਰ ਕਪੂਰ ਸਿੰਘ ਦੀ ਉਹ ਸਾਚੀ ਸਾਖੀ ਦੇ ਵਿੱਚ, ਓਰੀਜਨਲ ਵਿੱਚ ਉਹ ਸਾਰਾ ਕੁਝ ਸੀ। ਪਰ ਬਾਅਦ ਵਿੱਚ ਕਿਹੜਾ ਇਲਜ਼ਾਮ ਹੈ ਜਿਹੜਾ ਮਾਸਟਰ ਤਾਰਾ ਸਿੰਘ ਤੇ ਨਹੀਂ ਲਗਾਇਆ ਗਿਆ, ਮੈਂ ਡਾਕਟਰ ਜੀ.ਐਸ. ਗਰੇਵਾਲ ਸਾਹਿਬ ਨੂੰ ਪੁੱਛਿਆ, ਇਤਿਹਾਸਕਾਰ ਹੈਗੇ ਹੈ, ਉਹਨਾਂ ਨੂੰ ਪੁੱਛਿਆ ਕਿ ਕੀ ਕਾਰਨ ਹੈ। ਉਹਨਾਂ ਨੇ ਬਹੁਤ ਵੱਡੀ ਕਿਤਾਬ ਵੀ ਲਿਖੀ ਹੈ, ਮਾਸਟਰ ਤਾਰਾ ਸਿੰਘ ਇਨ ਸਿੱਖ ਹਿਸਟਰੀ। ਉਹਨਾਂ ਦਾ ਜਵਾਬ ਸੀ, ਜਿਨ੍ਹਾਂ ਅਕਾਲੀਆਂ ਨੇ ਮਾਸਟਰ ਤਾਰਾ ਸਿੰਘ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਉਹ ਉਹਨਾਂ ਦੀ ਤਾਰੀਫ ਕਿੱਦਾਂ ਕਰ ਸਕਦੇ। ਦੂਜੇ ਪਾਸੇ ਮਾਸਟਰ ਤਾਰਾ ਸਿੰਘ ਦੀ ਦੇਣ, ਭਾਵੇਂ ਉਹ ਧਾਰਮਿਕ ਤੌਰ ਤੇ ਹੋਵੇ,
ਪੰਥਕ ਤੌਰ ਦੇ ਉੱਤੇ ਹੋਵੇ, ਉਹਨਾਂ ਦੀ ਜਰਨਲਿਜ਼ਮ ਦੇ ਵਿੱਚ ਹੋਵੇ, ਉਹਨਾਂ ਦਾ ਧਾਰਮਿਕ ਜੀਵਨ ਹੋਵੇ, ਉਹਨਾਂ ਦੀਆਂ ਕੋਟੇਸ਼ਨਸ ਹੋਣ, ਉਹਨਾਂ ਦੇ ਲਿਖਾਰੀ ਹੋਣ ਦਾ ਹੋਣ, ਪਿਛਲੀ ਸਦੀ ਦੇ ਵਿੱਚ ਇਤਨਾ ਵੱਡਾ ਕੰਮ ਕੋਈ ਨਹੀਂ ਕਰ ਸਕਦਾ। ਇਸ ਕਰਕੇ ਸਰਦਾਰ ਕਪੂਰ ਸਿੰਘ ਨੇ ਇਹ ਗੱਲ ਵੀ ਲਿਖੀ ਹੈਗੀ ਹੈ, ਉਹਦੇ ਵਿੱਚ ਉਹਨਾਂ ਨੇ ਬਹੁਤ ਸਪਸ਼ਟ ਤੌਰ ਦੇ ਉੱਤੇ ਜਿਹੜਾ ਹੈ ਮਾਸਟਰ ਤਾਰਾ ਸਿੰਘ ਦੇ ਬਾਰੇ ਉਹ ਪੂਰੀ ਇਮਾਨਦਾਰੀ ਦੇ ਨਾਲ ਕੀਤਾ ਹੈ। ਪਰ ਇੱਕ ਪਾਸੇ ਹੋਰ ਹੈ, ਜਿਵੇਂ ਇੱਕ ਗੱਲ ਕਹਿੰਦੇ ਆ ਜੀ ਕਿ ਜਿਹੜੀ ਵੀ ਹਕੂਮਤ ਆਂਦੀ ਹੈ, ਜਿਹੜੀ ਵੀ ਤਾਕਤ ਆਂਦੀ ਹੈ, ਆਪਣੇ ਤੋਂ ਪਿਛਲੇ ਦੇ ਉੱਤੇ ਸਾਰਾ ਬਲੇਮ ਸੁੱਟ ਦਿੰਦੀ ਹੈ। ਇਹ ਕੁਦਰਤੀ ਹੈ। ਜੇ ਕਾਂਗਰਸ ਆਏਗੀ ਤੇ ਕਹਿਣਗੇ ਜੀ ਉਹ ਅਕਾਲੀਆਂ ਨੇ ਖਜ਼ਾਨਾ ਖਾਲੀ ਕਰਤਾ, ਅਕਾਲੀ ਆਣਗੇ ਕਾਂਗਰਸ ਤੇ ਬਲੇਮ ਕਰਨਗੇ। ਸੋ ਇਹ ਜਿਹੜੀ ਇੱਕ ਪਿਰਤ ਸੀ ਸੰਸਾਰ ਦੇ ਇਤਿਹਾਸ ਵਿੱਚ। ਅਮਰੀਕਾ ਦੇ ਇੱਕੋ ਜਾਰਜ ਵਾਸ਼ਿੰਗਟਨ ਸੀ ਜਿਹਨੇ ਕਹਿੰਦੇ ਪਿਛਲੀ ਹਕੂਮਤ ਤੇ ਦੋਸ਼ ਨਹੀਂ ਦਿੱਤਾ, ਉਹਦਾ ਕਾਰਨ ਸੀ ਉਹਦੇ ਕੋਲ ਪਿਛਲੀ ਹਕੂਮਤ ਹੈ ਹੀ ਨਹੀਂ ਸੀ, ਉਹ ਪਹਿਲਾ ਸੀਗਾ, ਉਹ ਦੇ ਨਹੀਂ ਸਕਿਆ। ਹੁਣ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਜਾਂ ਕਰ ਨਹੀਂ ਪਾਏ, ਉਹਨਾਂ ਲਈ ਇੱਕ ਈਜ਼ੀ ਛਿਣਕਣਾ ਹੱਥ ਵਿੱਚ ਆ ਗਿਆ ਕਿ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ, ਇਸ ਕਰਕੇ ਅਸੀਂ ਨਹੀਂ ਲੈ ਸਕੇ। ਉਸ ਵੇਲੇ ਦੀਆਂ ਸਾਰੀਆਂ ਲਿਖਤਾਂ ਮੌਜੂਦ ਹੈ, ਮਾਊਂਟ ਬੈਟਨ ਦੀਆਂ ਲਿਖਤਾਂ ਮੌਜੂਦ ਹੈ। ਜਿਹੜੇ ਅਫਸਰ ਸੀ, ਇੱਕ ਵੀ ਜ਼ਿਲ੍ਹਾ ਨਹੀਂ ਸੀ ਜਿਹਦੇ ਸਿੱਖਾਂ ਦੀ ਮੈਜੋਰਿਟੀ ਹੁੰਦੀ। ਰਾਜ ਮੈਜੋਰਿਟੀ ਨਾਲ ਹੋਣਾ ਸੀ, ਗਿਣਤੀ ਦੇ ਨਾਲ ਹੋਣਾ ਸੀ, ਹੋਰ ਕੋਈ ਤਰੀਕਾ ਨਹੀਂ ਸੀ ਅਪਣਾਇਆ ਜਾਣਾ। ਔਰ ਇਸ ਕਰਕੇ ਬਾਅਦ ਵਿੱਚ ਵੀ ਜਿਹੜੀ 47 ਤੋਂ ਬਾਅਦ ਜਦੋਜਹਿਦ ਹੋਈ ਹੈ, ਉਹ ਵੀ ਸਿੱਖਾਂ ਦੀ ਇਸ ਕਰਕੇ ਹੋਈ ਹੈ ਕਿ ਉਹਨਾਂ ਦੀ ਗਿਣਤੀ ਘੱਟ ਸੀ। ਇਸ ਕਰਕੇ ਅਖੀਰ ਵਿੱਚ ਆ ਕੇ ਮਾਸਟਰ ਤਾਰਾ ਸਿੰਘ ਦਾ ਸਾਫ਼ ਹੋ ਗਿਆ ਕਿ ਇਸ ਦੁਨੀਆ ਦੇ ਵਿੱਚ ਉਹ ਕੌਮ ਰਹਿ ਸਕਦੀ ਹੈ, ਉਹ ਜ਼ਿੰਦਾ ਰਹਿ ਸਕਦੀ ਹੈ ਜਿਹਦੇ ਕੋਲ ਜਾਂ ਵੀਟੋ ਪਾਵਰ ਹੋਏ ਜਾਂ ਮੈਜੋਰਿਟੀ ਹੋਏ। ਇਸ ਕਰਕੇ ਮਾਸਟਰ ਤਾਰਾ ਸਿੰਘ ਨੇ ਬਾਅਦ ਵਿੱਚ ਕਹਿਤਾ ਕਿ ਮੈਨੂੰ ਪੰਜਾਬੀ ਸੂਬਾ ਭਾਸ਼ਾ ਦੇ ਆਧਾਰ ਤੇ ਨਹੀਂ ਚਾਹੀਦਾ, ਮੈਨੂੰ ਸਿੱਖ ਮੈਜੋਰਿਟੀ ਸਟੇਟ ਚਾਹੀਦੀ। ਅੱਛਾ, ਮੈਨੂੰ ਇਹ ਦੱਸੋ ਕਿ ਉਹਨਾਂ ਦਾ ਝਗੜਾ ਕੀ ਸੀਗਾ ਗ੍ਰਹਿ ਮੰਤਰੀ ਪਟੇਲ ਨਾਲ, ਕਿਉਂਕਿ ਉਹ ਵੀ ਇਤਿਹਾਸ 'ਚ ਜ਼ਿਕਰ ਹੈ ਕਿ ਮਾਸਟਰ ਤਾਰਾ ਸਿੰਘ ਔਰ ਪਟੇਲ ਦੀ ਆਪਸ ਵਿੱਚ ਨਹੀਂ ਸੀ ਬਣਦੀ। ਦੂਜਾ ਪੱਖ ਇਹ ਹੈ ਕਿ ਜਦੋਂ ਮਾਸਟਰ ਤਾਰਾ ਸਿੰਘ ਮੁਸਲਿਮ ਲੀਗ ਨਾਲ ਜਾਣ ਦੀ ਬਜਾਏ ਭਾਰਤ ਨਾਲ ਆਉਂਦੇ ਆ, ਤੇ ਫਿਰ ਤਾਂ ਦੇਸ਼ ਦੀ ਜਿਹੜੀ ਸੱਤਾ ਸੀ, ਸੱਤਾਵਾਨ ਸੀਗੇ, ਉਹਨਾਂ ਨੂੰ ਮਾਸਟਰ ਤਾਰਾ ਸਿੰਘ ਦੀ ਬਤੌਰ ਸਿੱਖ ਕਦਰ ਕਰਨੀ ਚਾਹੀਦੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨਾਲ ਉਹਨਾਂ ਦਾ ਜਿਹੜਾ ਭਾਵਨਗਰ ਵਾਲਾ ਉਹ ਝਗੜਾ ਹੈ, ਉਹ ਕੀ ਸੀ, ਉੱਥੇ ਕੀ ਹੋਇਆ ਸੀ? ਇਹ ਦੋ ਗੱਲਾਂ, ਪਟੇਲ ਔਰ ਨਹਿਰੂ ਨਾਲ ਉਹਨਾਂ ਦਾ ਟਕਰਾਅ। ਇੱਕ ਵਾਰ ਜਥੇਦਾਰ ਟੋੜਾ ਸਾਹਿਬ ਨੇ ਇੱਕ ਗੱਲ ਕਹੀ ਸੀ, ਰਾਜਨੀਤੀਵਾਨ ਸਨ ਔਰ ਸਮਝਦੇ ਸੀ ਪੋਲਿਟਿਕਸ ਨੂੰ। ਉਹਨਾਂ ਨੇ ਕਿਹਾ ਸੀ ਇਸ ਦੁਨੀਆ 'ਚ ਦੋ ਹੀ ਕੌਮਾਂ ਹੈਗੀਆਂ, ਇੱਕ ਸਿੱਖ ਦੂਜੇ ਮੋਨੇ। ਇਹ ਉਹਨਾਂ ਨੇ ਕਿਹਾ ਸੀ। ਔਰ ਅਸਲ ਵਿੱਚ ਮਾਸਟਰ ਤਾਰਾ ਸਿੰਘ ਕੱਲਾ ਖੜਾ ਸੀ ਜਾਂ ਅਕਾਲੀ ਦਲ ਖੜਾ ਸੀ? ਤੁਸੀਂ ਮਾਸਟਰ ਤਾਰਾ ਸਿੰਘ ਔਰ ਅਕਾਲੀ ਦਲ ਸਿਨੋਨਿਮਸ ਹੈਗੇ ਆ, ਇੱਕ ਦੂਜੇ ਦੇ ਇਕੱਠੇ ਹੈਗੇ, ਇਕੱਤਰ ਹੈਗੇ ਆ, ਇੱਕੋ ਹੀ ਹੈ, ਕੋਈ ਫਰਕ ਨਹੀਂਗਾ। ਉਸ ਵੇਲੇ ਦੀ ਆਜ਼ਾਦੀ ਤੋਂ ਪਹਿਲੇ ਕਾਂਗਰਸ ਨੂੰ ਲੋੜ ਸੀ, ਭਾਰਤ ਨੂੰ ਲੋੜ ਸੀ। ਆਜ਼ਾਦੀ ਤੋਂ ਬਾਅਦ, ਦੇਸ਼ ਦੀ ਵੰਡ ਤੋਂ ਬਾਅਦ, ਉਹ ਸਿੱਖਾਂ ਦਾ ਹਾਲ ਉਹ ਹੋ ਗਿਆ, ਕਹਿੰਦਾ ਖੁਸ਼ ਹੁਆ ਥਾ ਤੋੜ ਕਰ ਆਪਣੇ ਕਫਸ ਕੀ ਤੀਲੀਆਂ, ਹਾਏ ਕਹਿ ਕੇ ਰਹਿ ਗਿਆ ਟੂਟੇ ਪਰੋਂ ਕੋ ਦੇਖ ਕਰ। ਇੱਕ ਪਰਿੰਦੇ ਨੇ ਪਰ ਮਾਰ ਮਾਰ ਕੇ ਉਹ ਪਿੰਜਰਾ ਤੇ ਤੋੜ ਦਿੱਤਾ, ਪਰ ਜਦੋਂ ਉੱਡਣ ਦਾ ਟਾਈਮ ਆਇਆ ਉਹਨੂੰ ਦੇਖਿਆ ਕਿ ਉਹਦੇ ਪਰ ਟੁੱਟ ਚੁੱਕੇ ਆ। ਇਹ ਹਾਲ ਸਿੱਖਾਂ ਦਾ ਹੋਇਆ। ਉਸ ਤੋਂ ਇੱਕਦਮ ਬਾਅਦ ਮੈਂ ਤੁਹਾਨੂੰ ਇਸ ਦੇ ਨਾਲ ਇੱਕ ਜੁੜਦਾ ਬਹੁਤ ਕਮਾਲ ਦਾ ਇਨਸੀਡੈਂਟ ਹੈ, ਔਰ ਜਿਹਦੇ ਕਰਕੇ ਹੀ ਮਾਸਟਰ ਤਾਰਾ ਸਿੰਘ ਜਾਂ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਂਦਾ ਹੈ, ਝੂਠ ਬੋਲਿਆ ਜਾਂਦਾ ਹੈ ਕਿ ਅੰਬੇਦਕਰ ਸਿੱਖ ਬਣਨਾ ਚਾਹੁੰਦਾ ਸੀ, ਅੰਬੇਦਕਰ ਦੀ ਬੇਇੱਜ਼ਤੀ ਕੀਤੀ ਗਈ ਅੰਮ੍ਰਿਤਸਰ ਸਾਹਿਬ। ਇਸ ਤੋਂ ਵੱਡਾ ਕੁਫਰ, ਝੂਠ ਔਰ ਪਾਪ ਨਹੀਂ ਹੋ ਸਕਦਾ। ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ ਦੀਆਂ ਆਪਣੀਆਂ ਲਿਖਤਾਂ ਹੈਗੀਆਂ। 1940 ਦੇ ਵਿੱਚ 35,000 ਲੋਕਲ ਦਲਿਤਾਂ ਨੇ ਅਲੀਗੜ੍ਹ ਦੇ ਵਿੱਚ ਅੰਮ੍ਰਿਤ ਛਕਿਆ। 1 ਲੱਖ ਦੀ ਤਾਦਾਦ ਦੇ ਵਿੱਚ ਲੋਕਲ ਜਿਹੜੇ ਲੋਕ ਸਨ, ਯੂਪੀ ਦੇ, ਸੀਪੀ ਦੇ, ਉਹਨਾਂ ਨੇ ਅਕਾਲੀ ਲੀਡਰਾਂ ਦਾ ਹਾਥੀ ਦੇ ਉੱਤੇ ਜਲੂਸ ਕੱਢਿਆ। ਸ਼੍ਰੋਮਣੀ ਕਮੇਟੀ ਨੇ 35,000 ਕਿਰਪਾਨਾਂ ਵੰਡੀਆਂ। ਇਹ ਸਾਰਾ ਪੁਲਿਸ ਰਿਕਾਰਡ ਵਿੱਚ ਔਰ ਸਾਰੇ ਕਿਤਾਬ ਵਿੱਚ ਹੈ। ਮਗਰ ਉਸ ਦੇ ਬਾਅਦ ਪਟੇਲ ਔਰ ਨਹਿਰੂ, ਕਾਂਗਰਸ ਨੇ, ਇੱਕੋ ਹੀ ਹੈ, ਕੋਈ ਫਰਕ ਨਹੀਂ ਹੈ। ਉਹਨਾਂ ਨੇ ਇੱਕ ਸਕੀਮ ਘੜੀ, ਇਹਨਾਂ ਦਲਿਤਾਂ ਨੂੰ ਕਿੱਦਾਂ ਰੋਕਿਆ ਜਾਏ। ਉਹਨਾਂ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ, ਸਿੱਖਾਂ ਵਿੱਚ ਜਾਤ ਪਾਤ ਨਹੀਂ ਹੈ। ਇਹ ਜਿਹੜੇ ਦਲਿਤ, ਇਹ ਜਿਹੜੇ ਸ਼ਡਿਊਲ ਕਾਸਟ, ਅਖੌਤੀ ਨੀਵੀਂ ਜਾਤ ਦੇ, ਇਹ ਜਿਹੜੇ ਸਿੱਖ ਬਣਨਗੇ, ਇਹਨਾਂ ਦੇ ਸਾਰੇ ਬੈਨੀਫਿਟ ਖਤਮ ਕਰ ਦਿੱਤੇ ਜਾਣਗੇ। ਇਹ ਜਜ਼ੀਆ ਇਨ ਰਿਵਰਸ ਸੀ। ਇਹ ਜਜ਼ੀਆ ਇਨ ਰਿਵਰਸ ਸੀਗਾ। ਇਹ ਬੜੀ ਵੱਡੀ, ਜਿਹਨੂੰ ਕਹਿੰਦੇ ਕਿ ਇੱਕ ਪੋਲੀਟੀਕਲ ਚਾਲ ਜਾਂ ਚਾਣਕਿਆ ਨੀਤੀ ਸੀ। ਉਹਦੇ ਤੇ ਮਾਸਟਰ ਤਾਰਾ ਸਿੰਘ ਨੇ ਜਦੋਜਹਿਦ ਕੀਤੀ। ਫਿਰ ਉਸ ਤੋਂ ਪਹਿਲੇ ਅੰਗਰੇਜ਼ਾਂ ਨੇ ਸਿੱਖਾਂ ਦੀ ਵੱਖਰੀ ਨੁਮਾਇੰਦਗੀ ਸੀ, ਤੁਹਾਡੀ ਕੁਝ ਮੈਂਬਰ ਜਿਹੜੇ ਨਾਮਜ਼ਦ ਹੋਣਗੇ, ਨਹਿਰੂ ਨੇ, ਪਟੇਲ ਨੇ ਇੱਕ ਉਹ ਵੀ ਖਤਮ ਕਰ ਦਿੱਤੀ।
ਔਰ ਇੱਕ ਸਭ ਤੋਂ ਵੱਡੀ ਗੱਲ ਹੋਈ, ਪਟੇਲ ਨੇ ਕਹਿ ਦਿੱਤਾ, ਮਾਸਟਰ ਤਾਰਾ ਸਿੰਘ ਨੂੰ ਓਪਨਲੀ ਚੈਲੰਜ ਕੀਤਾ, ਹੁਣ ਤੁਸੀਂ ਪੰਥ ਦੀ ਗੱਲ ਨਹੀਂ ਕਰ ਸਕਦੇ, ਤੁਸੀਂ ਇਹ ਦੱਸੋ ਪੰਥ ਪਹਿਲੇ ਹੈ ਕਿ ਦੇਸ਼ ਪਹਿਲੇ ਹੈ। ਨਹਿਰੂ ਨੇ ਵੀ ਕਿਹਾ ਤੁਹਾਨੂੰ ਦੱਸਣਾ ਪੈਣਾ ਤੁਹਾਡੇ ਲਈ ਪੰਥ ਪਹਿਲੇ ਹੈ ਕਿ ਦੇਸ਼ ਪਹਿਲੇ ਹੈ। ਬੜੀ ਇੰਟਰਸਟਿੰਗ ਹੈਗੀ ਹੈ, ਭਾਈ ਮੋਹਨ ਸਿੰਘ ਜਿਹੜੇ ਰਣਬੈਕਸੀ ਦੇ ਸੀ, ਔਰੰਗਜ਼ੇਬ ਰੋਡ ਤੇ ਰਹਿੰਦੇ ਸੀ, ਉਹਨਾਂ ਨੇ ਦੱਸਿਆ, ਕਹਿੰਦੇ ਕਿ ਮਾਸਟਰ ਤਾਰਾ ਸਿੰਘ ਆਏ ਔਰ ਬੜੇ ਕਾਹਲੇ ਸੀ। ਮਾਸਟਰ ਤਾਰਾ ਸਿੰਘ ਤਮਲ ਮਿਜ਼ਾਜੀ ਨਾਲ ਗੱਲ ਨਹੀਂ ਸੀ ਕਰ ਸਕਦੇ, ਬੜੇ ਗੁੱਸੇ 'ਚ ਸੀ। ਕਹਿੰਦੇ ਕਿ ਪ੍ਰੈਸ ਕਾਨਫਰੰਸ ਬੁਲਾ ਮੋਹਨ ਸਿੰਘ। ਹੁਣ ਮੋਹਨ ਸਿੰਘ ਕਹਿਣ ਲੱਗੇ ਮੈਂ ਇੰਡਸਟਰੀਅਲਿਸਟ ਹਾਂ, ਪੰਡਤ ਨਹਿਰੂ ਦੇ ਬਾਰੇ ਇਹਨਾਂ ਨੇ ਕੁਝ ਕਹਿਣਾ, ਮੈਂ ਫਸ ਗਿਆ। ਮਗਰ ਇਹਨਾਂ ਨਾਲ ਵੀ ਸੀ ਸਾਂਝ ਸੀ, ਪੰਥਕ ਸੀ, ਮੇਰੇ ਮਨ ਦੇ ਵਿੱਚ ਪੰਥ ਦਾ ਦਰਦ ਸੀ। ਮੈਂ ਪ੍ਰੈਸ ਕਾਨਫਰੰਸ ਬੁਲਾ ਦਿੱਤੀ। ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਪ੍ਰੈਸ ਵਾਲੇ ਨੇ ਕਿਹਾ ਜੀ ਸਿਰਫ ਇੱਕ ਛੋਟਾ ਜਿਹਾ ਸਵਾਲ ਹੈ। ਪੰਡਤ ਜੀ ਨੇ ਸਵਾਲ ਪੁੱਛਿਆ ਕਿ ਤੁਸੀਂ ਇਹ ਸਪਸ਼ਟ ਕਰੋ ਤੁਹਾਡੇ ਲਈ ਪੰਥ ਪਹਿਲੇ ਹੈ ਕਿ ਦੇਸ਼ ਪਹਿਲੇ ਹੈ। ਮਾਸਟਰ ਤਾਰਾ ਸਿੰਘ ਕਹਿੰਦੇ ਜੀ ਮੇਰੇ ਲਈ ਪੰਥ ਪਹਿਲੇ ਹੈ, ਕਹਿੰਦੇ ਦੇਸ਼ ਬਾਅਦ ਵਿੱਚ। ਉਹਨਾਂ ਨੇ ਲਿਖ ਲਿਆ। ਲਿਖ ਕੇ ਮੋਹਨ ਸਿੰਘ ਜੀ ਕਹਿੰਦੇ ਜਦੋਂ ਗੇਟ ਤੋਂ ਬਾਹਰ ਜਾ ਰਹੇ ਸੀ ਤੇ ਅਚਾਨਕ ਮਾਸਟਰ ਜੀ ਕਹਿੰਦੇ ਗਲਤੀ ਹੋ ਗਈ, ਗਲਤੀ ਹੋ ਗਈ, ਬੜੀ ਗਲਤੀ ਹੋ ਗਈ, ਉਹਨਾਂ ਨੂੰ ਬੁਲਾਓ, ਵਾਪਸ ਬੁਲਾਓ। ਉਹ ਕਹਿਣ ਲੱਗੇ ਕਿ ਮੈਂ ਥੋੜਾ ਮਨ ਵਿੱਚ ਤਸੱਲੀ ਕੀਤੀ, ਚਲੋ ਚੰਗੀ ਗੱਲ ਹੋਈ ਹੈ, ਕੁਝ ਚੰਗਾ ਹੋਇਆ, ਇਹ ਹੁਣ ਆਪਣੀ ਬਿਆਨ ਨੂੰ ਤਬਦੀਲ ਕਰਨਗੇ। ਉਹਨਾਂ ਨੇ ਕਹਿੰਦਾ ਮੈਂ ਬੁਲਾਇਆ, ਉਹ ਹੱਸਣ ਲੱਗ ਪਏ ਸਾਰੇ ਕਿ ਬੜਾ ਹੀ ਹਲਕਾ ਬੰਦਾ, ਇੱਕਦਮ ਹੁਣੇ ਕਿਹਾ ਤੇ ਹੁਣੇ ਹੀ ਬਿਆਨ ਬਦਲ ਰਹੇ ਆ। ਤੇ ਉਹ ਬੈਠ ਗਏ। ਮਾਸਟਰ ਜੀ ਕਹਿੰਦੇ ਕੀ ਲਿਖਿਆ? ਉਹ ਕਹਿੰਦੇ ਜੀ ਅਸੀਂ ਪੁੱਛਿਆ ਸੀ, ਪੰਡਤ ਜੀ ਕਹਿੰਦੇ ਕਿ ਪੰਥ ਪਹਿਲੇ ਹੈ ਕਿ ਦੇਸ਼ ਪਹਿਲੇ ਹੈ, ਤੇ ਤੁਸੀਂ ਕਿਹਾ ਪੰਥ ਪਹਿਲੇ ਹੈ। ਕਹਿੰਦੇ ਇਹਨੂੰ ਕੱਟ ਦਿਓ, ਕੱਟ ਦਿਓ। ਕਹਿੰਦੇ ਨਹੀਂ ਤੁਸੀਂ ਲਿਖਾਓ ਜੋ ਲਿਖਣਾ। ਕਹਿੰਦੇ ਨਹੀਂ ਤੁਸੀਂ ਇਹਨੂੰ ਕੱਟੋ, ਪਹਿਲੇ ਕੱਟ ਦਿੱਤਾ। ਮਾਸਟਰ ਜੀ ਕਹਿੰਦੇ ਇੱਥੇ ਲਿਖੋ ਮੇਰੇ ਲਈ ਪਹਿਲਾਂ ਵੀ ਪੰਥ ਹੈ ਤੇ ਬਾਅਦ ਵਿੱਚ ਵੀ ਪੰਥ ਹੈ। ਵਾਹ, ਇਹ ਸਪਿਰਿਟ ਸੀ, ਕਮਾਲ। ਇਹ ਸਪਿਰਿਟ ਸੀ। ਔਰ ਉਸ ਵੇਲੇ ਮਾਸਟਰ ਜੀ ਦਾ ਜਿਹੜਾ ਬਿਆਨ ਹੈ, ਉਹਨਾਂ ਦੀ ਸਪੀਚ ਹੈ, ਉਹ ਆਕੜ ਖਾਂ ਭਬਕੀਆਂ ਮਾਰਨ ਵਾਲੇ, ਉਹ ਕਿਸ ਨੂੰ ਧਮਕੀਆਂ ਦਿੰਦੇ ਹੋ? ਉਸ ਕਲਗੀਆਂ ਵਾਲੇ ਦੇ ਸਿੱਖ ਨੂੰ ਜਿਸਨੇ ਸਭ ਕੁਝ ਵਾਰ ਕੇ, ਸਭ ਕੁਝ ਕਰ ਕਾਟ ਲੁਟਾ ਕੇ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਨਾ, ਉਹਨਾਂ ਨੇ ਮਾਫੀਨਾਮਾ ਨਹੀਂ ਸੀ ਲਿਖਿਆ। ਇਹ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਸਪਿਰਿਟ ਸੀ। ਔਰ ਇਸ ਦੌਰਾਨ ਜਦੋਂ ਸੰਤ ਫਤਿਹ ਸਿੰਘ ਜੀ ਦਾ ਮਰਨ ਵਰਤ ਸੀਗਾ, ਮਾਸਟਰ ਤਾਰਾ ਸਿੰਘ, ਹਾਲਾ ਮਾਸਟਰ ਜੀ ਦੇ ਔਰ ਪੰਡਤ ਨਹਿਰੂ ਦਾ ਇਹ ਬਲੋ ਹਾਰਟ ਬਲੋ ਕੋਲਡ ਦਾ ਰਿਸ਼ਤਾ ਚੱਲਦਾ ਸੀ। ਪੰਡਤ ਜਵਾਹਰ ਲਾਲ ਨਹਿਰੂ ਦੀ ਇੱਕ ਸਿਫਤ ਸੀ, ਇੱਕ ਬੜੀ ਵੱਡੀ ਸਿਫਤ ਸੀ ਕਿ ਉਹ ਹਮੇਸ਼ਾ ਆਪੋਜੀਸ਼ਨ ਦੇ ਚੰਗੇ ਲੀਡਰਾਂ ਨੂੰ ਖਰੀਦ ਲੈਂਦੇ ਸੀ। ਭਾਵੇਂ ਉਹ ਸਰਦਾਰ ਸਵਰਨ ਸਿੰਘ ਸੀ, ਭਾਵੇਂ ਹੁਕਮ ਸਿੰਘ ਸੀ, ਭਾਵੇਂ ਜੋਤ ਸਿੰਘ ਸੀ, ਭਾਵੇਂ ਉਹ ਅਸ਼ੋਕਾ ਮਹਿਤਾ ਸੀ, ਉਹ ਖਰੀਦ ਲੈਂਦੇ ਸੀ, ਉਹਨਾਂ ਦੀ ਕਦਰ ਕਰਦੇ ਸੀ। ਸੋ ਮਾਸਟਰ ਜੀ ਜਦੋਂ ਗਏ ਭਾਵਨਗਰ ਵਿੱਚ, ਉਸ ਵੇਲੇ ਮਾਹੌਲ ਪੂਰਾ ਗਰਮ ਸੀ ਪੰਜਾਬੀ ਸੂਬੇ ਦਾ। ਮਾਸਟਰ ਤਾਰਾ ਸਿੰਘ ਦਾ, ਪੰਡਿਤ ਜਵਾਹਰ ਲਾਲ ਨਹਿਰੂ ਦਾ ਕਹਿਣਾ ਸੀ ਕਿ ਮੈਂ ਪੰਜਾਬ ਦੀ ਹਕੂਮਤ ਮਾਸਟਰ ਤਾਰਾ ਸਿੰਘ ਦੇ ਹੱਥ ਵਿੱਚ ਨਹੀਂ ਦੇ ਸਕਦਾ, ਮੈਂ ਦੇਸ਼ ਦੇ ਟੁਕੜੇ ਕਰਾ ਲਾਂਗਾ, ਮਗਰ ਇਹ ਪੰਜਾਬੀ ਸੂਬਾ ਨਹੀਂ ਮੰਨਾਂਗਾ। ਔਰ ਇਹੀ ਗੱਲ ਬਾਅਦ ਵਿੱਚ ਇੰਦਰਾ ਗਾਂਧੀ ਨੇ ਵੀ ਆਪਣੀ ਕਿਤਾਬ ਹੈ ਮਾਈ ਟਰੁਥ ਦੇ ਵਿੱਚ ਲਿਖੀ ਹੈ ਕਿ ਮੈਂ ਪੰਜਾਬੀ ਸੂਬੇ ਦੇ ਖਿਲਾਫ ਸੀ, ਮੇਰਾ ਬਾਪ ਪੰਜਾਬੀ ਸੂਬੇ ਦੇ ਖਿਲਾਫ ਸੀ, ਪੰਜਾਬੀ ਹਿੰਦੂ ਪੰਜਾਬੀ ਸੂਬੇ ਦੇ ਖਿਲਾਫ ਸੀ, ਮੇਰੀ ਪਾਰਟੀ ਪੰਜਾਬੀ ਸੂਬੇ ਦੇ ਖਿਲਾਫ ਸੀ, ਮੈਨੂੰ ਇਹ ਮੰਗ ਮੰਨਣੀ ਪਈ ਕਿਉਂਕਿ ਬਹੁਤ ਵੱਡੇ ਵਾਇਲੈਂਸ ਦਾ ਖਤਰਾ ਪੈਦਾ ਹੋ ਗਿਆ। ਜਦੋਂ ਮਾਸਟਰ ਜੀ ਗਏ ਹੈ, ਪੰਡਿਤ ਜਵਾਹਰ ਲਾਲ ਨਹਿਰੂ ਬਹੁਤ ਗੁੱਸੇ ਵਿੱਚ ਸੀ। ਉਹ ਕਹਿਣ ਲੱਗੇ ਮਾਸਟਰ ਤਾਰਾ ਸਿੰਘ, ਤੁਸੀਂ ਉੱਤੋਂ ਤੁਸੀਂ ਪੰਜਾਬੀ ਸੂਬਾ ਮੰਗਦੇ ਹੋ, ਪਰ ਵਿੱਚੋਂ ਤੁਹਾਡੀ ਮਨਸ਼ਾ ਜਿਹੜੀ ਹੈ ਉਹ ਸਿੱਖ ਰਾਜ ਦੀ ਹੈ, ਤੁਸੀਂ ਵਿੱਚੋਂ ਦੱਸੋ ਕੀ ਚਾਹੁੰਦੇ ਹੋ? ਮਾਸਟਰ ਤਾਰਾ ਸਿੰਘ ਦਾ ਜਵਾਬ ਸੀ, ਕਹਿਣ ਲੱਗੇ ਕਿ ਤੁਸੀਂ ਸਾਡੀ ਉਤਲੀ ਮੰਗ ਦੇਖਣੀ ਹੈ ਜਾਂ ਦਿਲ ਦੀ ਮੰਗ ਦੇਖਣੀ ਹੈ? ਕਹਿੰਦਾ ਅੱਛਾ ਬਤਾਈਏ ਆਪਕੇ ਮਨ ਮੇਂ ਕਿਆ ਹੈ? ਉਹਨਾਂ ਨੇ ਕਿਹਾ ਜੀ ਮੇਰੇ ਮਨ ਵਿੱਚ ਹੈ, ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਵਿੱਚ ਹੀ ਨਹੀਂ, ਸਾਰੀ ਦੁਨੀਆ 'ਚ ਨਹੀਂ, ਤ੍ਰਿਲੋਕੀ ਦੇ ਉੱਤੇ, ਲੋਕ ਪਰਲੋਕ ਦੇ ਉੱਤੇ ਸਿੱਖ ਰਾਜ ਦਾ ਝੰਡਾ ਝੂਲੇ। ਵਾਹ। ਪੰਡਿਤ ਨਹਿਰੂ ਕਹਿੰਦੇ ਹੈ ਆਪ ਜਿਨਾ ਜੈਸੀ ਬਾतें ਕਰ ਰਹੇ ਹੋ। ਤੇ ਮਾਸਟਰ ਤਾਰਾ ਸਿੰਘ ਦਾ ਜਵਾਬ, ਇਹ ਲਿਖਤੀ ਹੈ, ਸਾਰਾ ਰਿਕਾर्ड है। वो कहने लगे और तुम औरंगजेब जैसी बातें कर रहे हो, जितनी देर तुम औरंगजेब जैसी बातें करोगे हमें फिर जिना जैसी बातें करनी पड़ेगी। ये मास्टर तारा, उन्हें फिर बाद विच किया, कहंदा बताइए कहाँ है फिरका परस्ती, कहाँ है कम्युनलिज्म? वो जर्नलिस्ट लिखते हैं, उन्होंने मास्टर जी ने पंडित नेहरू दे ढिड दे उत्ते हाथ फेर के कहा इसके अंदर है फिरका परस्ती, इसके अंदर है ये कम्युनलिज्म जो है। तो ये जिहड़ी स्पिरिट है, ये स्पिरिट कपूर सिंह जी ने एक गल लिखी है, उन्होंने एक गल लिखी है कि ये जिहड़ी मास्टर तारा सिंह गेनर नहीं सी, वो तुहानू सॉलिड कोई चीज नहीं लैके दे सकिया। कपूर सिंह लिखते हैं और वाकई सही है कि जेड़े क्रांतिकारी होंदे है, जेड़े लड़न वास्ते आंदे है, ਉਹ ਕੌਮ ਨੂੰ ਕੁਝ ਸੋਲਿਡ ਨਹੀਂ ਦੇ ਕੇ ਜਾ ਸਕਦੇ।
ਕਹਿੰਦੇ ਉਹਨਾਂ ਨੇ ਸਾਨੂੰ ਦਵਾਇਆ ਨਹੀਂ, ਪਰ ਇੱਕ ਐਸੀਆਂ ਪਿੜ ਪਾ ਗਏ ਐ, ਐਸੀਆਂ ਪੈੜਾਂ ਪਾ ਗਏ ਐ, ਐਸਾ ਰਸਤਾ ਦੇ ਗਏ ਐ, ਅੱਗੋਂ ਆਉਣ ਵਾਲਾ ਭਵਿੱਖ ਦਾ ਸਿੱਖ ਪੋਲਿਟਿਕਸ ਉਹਨਾਂ ਰਾਹਾਂ ਦੇ ਉੱਤੇ ਚੱਲੇਗਾ। ਇਹ ਮਾਸਟਰ ਤਾਰਾ ਸਿੰਘ ਦੀ ਦੇਣ ਹੈ। ਉਹਨਾਂ ਨੇ ਸਿੱਖ ਹਸਤੀ ਨੂੰ, ਪੰਥ ਨੂੰ ਕਦੀ ਵੀ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਔਰ ਉਹਦੇ ਤੇ ਉਹਨਾਂ ਦੀ ਗੱਲ ਇੱਕੋ ਹੁੰਦੀ ਸੀ, ਪੰਥ ਪੰਥ ਪੰਥ, ਔਰ ਉਸ ਤੋਂ ਬਾਅਦ ਕੋਈ ਦੂਸਰੀ ਗੱਲ ਨਹੀਂ ਸੀ ਜੀ। ਇੱਕ ਹੋਰ ਇਨਸੀਡੈਂਟ ਜਿਹੜਾ ਤੁਸੀਂ ਮੇਰੇ ਨਾਲ ਸਾਂਝਾ ਕੀਤਾ ਸੀ ਔਰ ਜ਼ਿਕਰ ਕੀਤਾ ਸੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਹਰ ਵੇਲੇ ਪੰਥ ਖਤਰੇ 'ਚ ਦੀ ਗੱਲ ਕਰਦੇ ਹੋ, ਤੇ ਉਹਨਾਂ ਦਾ ਜਵਾਬ ਜੀ ਬੜਾ ਰੌਚਕ ਸੀ ਕਿ ਇਹਨੂੰ ਸਦਾ ਖਤਰਾ ਹੀ ਰਹਿਣਾ ਹੈ। ਉਹ ਇਨਸੀਡੈਂਟ ਜੀ ਵੀ ਸੁਣਾਇਓ ਜ਼ਰਾ। ਇਹਦੇ ਵਿੱਚ ਹੀ ਬੜੀ ਉਹਨਾਂ ਦਾ ਤੇ ਕੋਈ ਜੀਵਨ ਜਿਹੜਾ ਸੀ ਮਾਸਟਰ ਤਾਰਾ ਸਿੰਘ, ਉਹਨਾਂ ਦਾ ਕੋਈ ਲੁਕੋ ਨਹੀਂ ਸੀ। ਮੈਂ ਡੀਪੀ ਕੁਮਾਰ ਸਟੇਟਸਮੈਨ ਦੇ ਕੋਰਸਪੋਂਡੈਂਟ ਸੀ, ਜਿਹੜਾ ਉਹਨਾਂ ਦਾ ਅਖੀਰਲਾ ਇੰਟਰਵਿਊ ਮਾਸਟਰ ਤਾਰਾ ਸਿੰਘ ਦਾ ਜਦੋਂ ਡੈਥ ਬੈੱਡ ਤੇ ਸੀ ਔਰ ਉਹਨਾਂ ਦੇ ਕੁਝ ਸਾਹ ਬਾਕੀ ਸਨ, ਉਹਨਾਂ ਨੇ ਡੀਪੀ ਕੁਮਾਰ ਨੇ ਸਟੇਟਸਮੈਨ ਵਿੱਚ ਲਿਆ ਸੀਗਾ। ਜੀ। ਔਰ ਉਹ ਕਹਿੰਦਾ ਕਿ ਉਹ ਹੀ ਵਾਸ ਅ ਫਾਈਟਰ। ਉਹ ਕਹਿੰਦਾ ਉਸ ਅਖੀਰਲੇ ਵੇਲੇ ਵੀ ਪੰਥ ਦੀ ਗੱਲ ਕਰ ਰਹੇ ਸੀ, ਉਹ ਬੋਲ ਨਹੀਂ ਸੀ ਪਾ ਰਹੇ, ਮਗਰ ਆਪਣਾ ਹੱਥ, ਮੁੱਠੀ ਜਿਹੜੀ ਹੈ ਦੂਜੇ ਹੱਥ ਦੇ ਉੱਤੇ ਮਾਰ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਫਿਰ ਬੜੀ ਮੱਧਮ ਆਵਾਜ਼ ਵਿੱਚ ਬੋਲ ਰਹੇ ਸੀ। ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਵੇਲੇ ਦੀ ਲੀਡਰਸ਼ਿਪ ਵਿੱਚ ਹਿੰਦੁਸਤਾਨ ਵਿੱਚ ਕੌਣ ਤੁਹਾਨੂੰ ਪਸੰਦ ਹੈ? ਉਹ ਕਹਿਣ ਲੱਗੇ, ਉਹਨਾਂ ਦਾ ਕਹਿਣਾ ਸੀ, ਮੈਂ ਰਾਜਕੋਪਾਲਾਚਾਰੀ ਨੂੰ ਸੁਣਦਾ, ਮੈਂ ਅਸ਼ੋਕ ਮਹਿਤਾ ਦੀ ਕਦਰ ਕਰਦਾ, ਮੈਂ ਜੈ ਪ੍ਰਕਾਸ਼ ਨਾਰਾਇਣ ਦੀ ਕਦਰ ਕਰਦਾ, ਮੈਂ ਉਹ ਜਿਹੜੇ ਸਰਹੱਦੀ ਗਾਂਧੀ ਖਾਨ ਅਬਦੁਲ ਗਫਾਰ ਖਾਨ ਦੀ ਇੱਜ਼ਤ ਕਰਦਾ। ਮਗਰ ਉਹਨਾਂ ਨੂੰ ਪੁੱਛਿਆ ਮਹਾਤਮਾ ਗਾਂਧੀ, ਉਹ ਕਹਿਣ ਲੱਗੇ ਮੈਨੂੰ ਉਸ ਦੀ ਇੱਕ ਗੱਲ ਚੰਗੀ ਲੱਗਦੀ ਹੈ, ਉਹ ਭਾਵੇਂ ਚੰਗੀ ਹੋਏ ਮੰਦੀ ਹੋਏ ਝੂਠ ਨਹੀਂ ਸੀ ਬੋਲਦਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ, ਡੀਪੀ ਕੁਮਾਰ ਨੇ ਕਿਹਾ, ਉਹਨਾਂ ਦਾ ਕਹਿਣਾ ਸੀ ਹੀ ਹੈਡ ਵੈਰੀ ਪੂਅਰ ਓਪੀਨੀਅਨ ਆਫ ਜਵਾਹਰ ਲਾਲ ਨਹਿਰੂ। ਤੇ ਮੈਂ ਬਾਅਦ ਵਿੱਚ ਡੀਪੀ ਕੁਮਾਰ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਉਹਨਾਂ ਨੇ ਕੀ ਕਿਹਾ ਸੀ? ਉਹਨਾਂ ਨੇ ਕਿਹਾ ਸੀ ਬੇਈਮਾਨ ਪੋਲੀਟੀਸ਼ੀਅਨ ਸੀ। ਇਹ ਮਾਸਟਰ ਜੀ ਦਾ ਸੀ। ਲੇਕਿਨ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਾਲੀ ਗੱਲ ਤੁਸੀਂ ਸੁਣਾਉਂਦੇ ਸੀਗੇ ਹਾਂਜੀ ਕਿ ਜਦੋਂ ਮਾਸਟਰ ਜੀ ਇਹ ਕਹਿਣ ਲੱਗੇ ਕਿ ਪੰਥ ਖਤਰੇ 'ਚ ਇਸ ਕਰਕੇ ਹੈ ਕਿਉਂਕਿ ਇਹ ਕੀਮਤੀ ਚੀਜ਼ ਆ, ਇਹਦੇ ਤੇ ਸਦਾ ਖਤਰਾ ਰਹਿਣਾ, ਉਹ ਇਨਸੀਡੈਂਟ ਬੜਾ ਦਿਲਚਸਪ ਸੀ ਜੀ। ਸਰ ਆਪਣੇ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਨੇ ਇਹ ਕਿਹਾ, ਕਹਿੰਦੇ ਕਿ ਮੈਂ ਮਾਸਟਰ ਤਾਰਾ ਸਿੰਘ ਜੀ ਨੂੰ ਇੱਕ ਵਾਰੀ ਪੁੱਛਿਆ ਕਿ ਜਦੋਂ ਹੁੰਦਾ ਤੁਸੀਂ ਹਰ ਵੇਲੇ ਕਹਿੰਦੇ ਹੋ ਪੰਥ ਖਤਰੇ 'ਚ ਹੈ, ਪੰਥ ਖਤਰੇ 'ਚ ਹੈ, ਪੰਥ ਖਤਰੇ 'ਚ ਹੈ, ਕੀ ਕਦੇ ਪੰਥ ਤੋਂ ਖਤਰਾ ਖਤਮ ਹੋਏਗਾ? ਉਹਨਾਂ ਦਾ ਜਵਾਬ ਸੀ ਮਾਸਟਰ ਤਾਰਾ ਸਿੰਘ ਜੀ ਦਾ, ਕਹਿੰਦੇ ਕਦੀ ਖਤਮ ਨਹੀਂ ਹੋਏਗਾ। ਉਹ ਕਹਿਣ ਲੱਗੇ ਕੀ ਕਾਰਨ? ਉਹ ਕਹਿੰਦੇ ਹਰ ਕੀਮਤੀ ਚੀਜ਼ ਨੂੰ ਖਤਰਾ ਹੈ, ਸੁਹੱਪਣ ਨੂੰ ਖਤਰਾ ਹੈ, ਆਚਰਣ ਨੂੰ ਖਤਰਾ ਹੈ, ਕਰੈਕਟਰ ਨੂੰ ਖਤਰਾ ਹੈ, ਸੋਨੇ ਚਾਂਦੀ ਨੂੰ ਖਤਰਾ ਹੈ, ਹੀਰੇ ਜਵਾਹਰਾਤ ਨੂੰ ਖਤਰਾ ਹੈ। ਇਹਦੀ ਹਿਫਾਜ਼ਤ ਕਰਨੀ ਪੈਂਦੀ ਹੈ, ਇਹਦੀ ਪ੍ਰੋਟੈਕਸ਼ਨ ਕਰਨੀ ਪੈਂਦੀ ਹੈ। ਸੜਕ ਦੇ ਕਿਨਾਰੇ ਪਏ ਰੋੜੇ ਪੱਥਰਾਂ ਨੂੰ ਕੋਈ ਖਤਰਾ ਨਹੀਂ। ਮਾਸਟਰ ਜੀ ਕਹਿਣ ਲੱਗੇ ਜਿਸ ਦਿਨ ਪੰਥ ਤੋਂ ਖਤਰਾ ਖਤਮ ਹੋ ਗਿਆ, ਇਹ ਸਮਝ ਲੈਣਾ ਕਿ ਹੁਣ ਪੰਥ ਹੀ ਨਹੀਂ ਰਿਹਾ, ਇਹ ਤਾਂ ਬਿਲਕੁਲ ਯੂਜ਼ਲੈਸ ਚੀਜ਼ ਹੋ ਗਈ ਹੈ। ਸੋ ਇਹ ਜਿਹੜੀ ਉਹਨਾਂ ਦੀ ਸਪਿਰਿਟ ਸੀਗੀ ਕਿ ਉਹ ਸਾਰਾ ਕੁਝ, ਮੈਂ ਇੱਕ ਘਟਨਾ ਹੋਰ ਦੱਸਣਾ ਚਾਹਾਂਗਾ ਜ਼ਰੂਰ ਉਹਨਾਂ ਦੇ ਜੀਵਨ ਦੀ। ਮੈਂ ਮਾਸਟਰ ਤਾਰਾ ਸਿੰਘ ਜੀ ਦੀ ਗੁਜ਼ਰਨ ਤੋਂ ਬਾਅਦ ਉਹਨਾਂ ਦੇ ਘਰ ਗਿਆ ਔਰ ਮਾਸਟਰ ਤਾਰਾ ਸਿੰਘ ਜੀ ਦੀ ਧਰਮ ਪਤਨੀ, ਹਾਂਜੀ, ਉਹਨਾਂ ਨੂੰ ਮੈਂ ਮਿਲਿਆ। ਮੈਂ ਉਹਨਾਂ ਨੂੰ, ਬਹੁਤ ਬਜ਼ੁਰਗ ਸਨ ਤੇ ਮਾਤਾ ਜੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਮਾਸਟਰ ਤਾਰਾ ਸਿੰਘ ਦੀ ਗੱਲ ਦੱਸ ਸਕਦੇ ਹੋ? ਉਹ ਸਿੱਧੀ ਸਾਦੀ, ਜਿਵੇਂ ਆਮ ਇੱਕ ਪੰਜਾਬੀ ਔਰਤ ਹੁੰਦੀ ਹੈ, ਬਜ਼ੁਰਗ ਔਰਤ ਹੈ, ਉਹ ਕਹਿਣ ਲੱਗੇ ਮੈਂ ਕੀ ਦੱਸਾਂ, ਮੈਂ ਕੀ ਕਹਿ ਸਕਨੀ ਆ, ਮੈਂ ਕੁਝ ਨਹੀਂ ਕਹਿ ਸਕਨੀ। ਮੈਂ ਕਹਿੰਦੀ ਕੁਝ ਤੇ ਗੱਲ ਯਾਦ ਹੋਏਗੀ। ਉਹ ਕਹਿਣ ਲੱਗੇ ਹਾਂ ਮੈਨੂੰ ਇੱਕ ਗੱਲ ਯਾਦ ਹੈ, ਇੱਕ ਗੱਲ ਯਾਦ ਹੈ ਕਿ ਜਦੋਂ ਮੈਂ ਨਵੀਂ ਵਿਆਹੀ ਆਈ, ਪਹਿਲੀ ਵਾਰੀ ਆਈ ਉਹਨਾਂ ਦੇ ਕੋਲ, ਸਾਡਾ ਮੀਆਂ ਬੀਵੀ ਦੇ ਤੌਰ ਤੇ ਜਦੋਂ ਸਾਡੀ ਪਹਿਲੀ ਮੁਲਾਕਾਤ ਹੋਈ, ਤਾਂ ਉਸ ਵੇਲੇ ਪਹਿਲੀ ਗੱਲ ਜਿਹੜੀ ਸਾਡੀ ਗੱਲਬਾਤ ਹੋਈ, ਉਹ ਮਾਸਟਰ ਤਾਰਾ ਸਿੰਘ ਨੇ ਗੱਲ ਸ਼ੁਰੂ ਕੀਤੀ। ਉਹ ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਇਹ ਜਿਹੜੀ ਮਾਇਆ ਹੈ, ਇਹ ਜਿਹੜਾ ਪੈਸਾ ਹੈ, ਇਹ ਪਾਪਾਂ ਬਾਝੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਉਸ ਦੇ ਬਾਅਦ ਉਹ ਕਹਿਣ ਲੱਗੇ ਕਿ ਮੈਂ ਉਹਨਾਂ ਦੇ ਨਾਲ ਕਦੀ ਪੈਸਿਆਂ ਦੀ ਗੱਲ ਨਹੀਂ ਕੀਤੀ, ਬਹੁਤ ਕਦੀ ਗੱਲ ਹੀ ਨਹੀਂ ਕੀਤੀ। ਔਰ ਕਹਿੰਦੇ ਉਸ ਵੇਲੇ ਹਾਲਤ ਇਹ ਹੋ ਗਈ ਕਿ 2-3 ਦਿਨ ਤੋਂ ਸਾਡੇ ਘਰ ਚੁੱਲ੍ਹਾ ਨਹੀਂ ਸੀ ਜਲਿਆ। ਉਹਨਾਂ ਦੇ ਕਹਿਣ ਲੱਗੇ, ਮਾਤਾ ਜੀ ਦੱਸਣ ਲੱਗੇ, ਮੈਂ ਮਾਸਟਰ ਜੀ ਨੂੰ ਕਿਹਾ ਕਿ ਇਹ ਪੰਥ ਦਾ ਤੁਹਾਡੇ ਕੋਲ ਅਕਾਲੀ ਦਲ ਦਾ 50,000 ਰੁਪਇਆ ਪਿਆ ਹੋਇਆ, 50,000 ਰੁਪਇਆ ਪਿਆ, ਇਹਦੇ ਚੋਂ ਅਗਰ ਮੈਂ 5 ਰੁਪਏ ਲੈ ਲਾਂ ਤੇ ਘੱਟੋ ਘੱਟ ਬੱਚਿਆਂ ਨੂੰ ਰੋਟੀ ਖਵਾ ਦਿਆਂ। ਇਹ ਖਾਲੀ ਕਹਿਣ ਦੀਆਂ ਗੱਲਾਂ ਨਹੀਂ ਹੈ। ਮਾਸਟਰ ਜੀ ਦਾ ਜਵਾਬ ਸੀ, ਤੇਰਾ ਕੀ ਖਿਆਲ ਹੈ, ਮੈਂ ਜਾਣਦੇ ਬੁੱਝਦਿਆਂ ਆਪਣੇ ਬੱਚਿਆਂ ਨੂੰ ਜ਼ਹਿਰ ਖਵਾ ਦਿਆਂ? ਇਹ ਸਪਿਰਿਟ ਸੀ
ਜਿਹੜੀ ਮਾਸਟਰ ਤਾਰਾ ਸਿੰਘ ਦਾ ਜੀਵਨ ਸੀ ਔਰ ਉਹਨਾਂ ਦਾ ਆਚਰਣ ਦਾ ਜੀਵਨ। ਇਸ ਤੋਂ ਅੰਦਾਜ਼ਾ ਲਗਾਓ 1927, ਤੁਸੀਂ 100 ਸਾਲ ਪਹਿਲੇ ਪੰਜਾਬੀ ਲਿਟਰੇਚਰ ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਕਿਤਾਬ ਹੈ ਗ੍ਰਸਤ ਧਰਮ ਸਿੱਖਿਆ। ਜੀ ਉਹਨਾਂ ਨੇ ਕਰੈਕਟਰ ਦੇ ਉੱਤੇ ਕਿ ਕਰੈਕਟਰ ਖਰਾਬ ਹੋਣ ਦਾ ਕਾਰਨ ਕੀ ਹੈ, ਇਸ ਤੋਂ ਬਚਿਆ ਕਿੱਦਾਂ ਜਾ ਸਕਦਾ ਹੈ। ਔਰ ਮਾਸਟਰ ਜੀ ਨੇ ਉਸ ਵੇਲੇ ਲਿਖਿਆ, ਉਹਨਾਂ ਨੇ ਸੰਤ ਅਤਰ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਸੀ ਉਹਨਾਂ ਨੇ, ਔਰ ਨਾਂ ਵੀ ਉਹਨਾਂ ਨੇ ਸੰਤ ਅਤਰ ਸਿੰਘ ਜੀ ਨੇ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਸੀ ਤੂੰ ਪੱਥਰ ਹੈ, ਤੂੰ ਪੱਥਰ ਦੀ ਤਰ੍ਹਾਂ ਹੈ। ਔਰ ਮਾਸਟਰ ਤਾਰਾ ਸਿੰਘ ਆਪਣੇ ਘਰ 'ਚ ਪਹਿਲਾ ਸ਼ਖਸ ਸੀ, ਬੱਚਿਆਂ ਔਰ ਵੱਡਾ ਵੀ ਨਹੀਂ ਸੀ, ਛੋਟੇ ਸੀ, ਇਹਨਾਂ ਦੇ ਵੱਡੇ ਭਰਾ ਵੀ ਸੀ, ਪਰ ਇਹ ਪਹਿਲਾ ਸੀ ਜਿਹੜਾ ਕਿ ਅੰਮ੍ਰਿਤ ਛਕ ਕੇ ਆਏ। ਘਰਦਿਆਂ ਨੇ ਸ਼ੁਰੂ ਵਿੱਚ ਨਾਰਾਜ਼ਗੀ ਜ਼ਰੂਰ ਜ਼ਾਹਿਰ ਕੀਤੀ ਕਿ ਤੂੰ ਕੈਸਾਧਾਰੀ ਹੋ ਗਿਆ, ਪਰ ਚੂੰਕਿ ਸਹਿਜਧਾਰੀ ਪਰਿਵਾਰ ਸੀ, ਪਰ ਉਹਨਾਂ ਦਾ ਜੀਵਨ ਦੇਖ ਕੇ ਉਹਨਾਂ ਦੇ ਛੋਟੇ ਭਰਾ, ਉਹਨਾਂ ਦੇ ਵੱਡੇ ਭਰਾ, ਉਹ ਸਾਰੇ ਦੇ ਸਾਰੇ, ਸਾਰਾ ਪਰਿਵਾਰ ਜਿਹੜਾ ਸੀ ਉਹ ਅੰਮ੍ਰਿਤਧਾਰੀ ਹੋ ਗਿਆ। ਇਹ ਮਾਸਟਰ ਇੱਕ ਹਿੰਦੂ ਤੋਂ ਸਿੱਖ ਬਣ ਗਏ, ਹਿੰਦੂ ਤੋਂ ਸਿੱਖ ਬਣ ਗਏ। ਔਰ ਜੀ, ਔਰ ਮੈਂ ਫਿਰ ਉਹਦੇ 'ਚ ਜਿਹੜਾ ਹਵਾਲਾ ਜੁੜਦਾ ਦਿੱਲੀ ਦੀ ਸਟੇਜ ਦੇ ਉੱਤੇ ਜਿਹੜੇ ਡਾਕਟਰ ਸੁਸ਼ੀਲਾ ਨਈਅਰ ਦਾ, ਜਿਹੜਾ ਮੈਂ ਆਪ ਨੂੰ ਦੱਸਿਆ ਸ਼ਾਇਦ, ਹਾਂਜੀ, ਉਹ ਬੜਾ ਦਿਲਚਸਪ ਸੀਗਾ। ਇਹ ਹੈਲਥ ਮਿਨਿਸਟਰ ਸੀਗੇ ਦੇਸ਼ ਦੇ। ਹਾਂਜੀ ਜੀ 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 ਜੀ, ਉਹ ਵਾਕਿਆ ਸੁਣਾ ਦਿਓ। ਉਹ ਦਿੱਲੀ ਦੀ ਜੀ ਜੀ ਦਿੱਲੀ ਦੀ ਸਟੇਜ ਸੀ, ਕਿਉਂਕਿ ਬੜੀ ਸਪਸ਼ਟ ਹੈ ਆਰੀਆ ਸਮਾਜ ਦਾ ਪੰਜਾਬ ਦੇ ਵਿੱਚ ਬੜਾ ਵੱਡਾ ਦਬਦਬਾ ਹੈ, ਰੋਲ ਹੈ, ਸਾਰੇ ਸਕੂਲ ਡੀਏਵੀ ਉਹਨਾਂ ਦੇ ਹੈ। ਮਗਰ ਅਫਸੋਸ ਇਹ ਹੈ ਕਿ ਆਰੀਆ ਸਮਾਜ ਦੀ ਜਿਹੜੀ ਧਰਮ ਪੁਸਤਕ ਹੈ ਸਵਾਮੀ ਦਇਆਨੰਦ ਦੀ ਲਿਖੀ ਹੋਈ, ਉਹਦੇ ਵਿੱਚ ਨਾ ਕੇਵਲ ਗੁਰੂ ਸਾਹਿਬਾਨ ਬਾਰੇ ਤੇ ਸਮਝ ਆਉਂਦੀ ਹੈ, ਉਹਨਾਂ ਨੇ ਸ਼੍ਰੀ ਕ੍ਰਿਸ਼ਨ ਬਾਰੇ, ਉਹਨਾਂ ਨੇ ਕਬੀਰ ਸਾਹਿਬ ਬਾਰੇ, ਧਰੂ ਪ੍ਰਹਿਲਾਦ ਬਾਰੇ, ਉਹਨਾਂ ਨੇ ਹੋਰ ਜਿੰਨੇ ਵੀ ਦੇਵੀ ਦੇਵਤਾ ਸਾਰਿਆਂ ਨੂੰ ਬੜੀ ਬੁਰੀ ਤਰ੍ਹਾਂ ਖੰਡਨ ਕੀਤਾ। ਔਰ ਉਹਦੇ ਵਿੱਚ ਉਹਨਾਂ ਨੇ ਇਹ ਸੋਚ ਦੇ ਅਖੀਰ 'ਚ ਹੈ, ਉਹਨਾਂ ਨੇ ਲਿਖਤੀ ਤੌਰ ਤੇ ਕਿਹਾ ਹੈ कि गुरु गोविंद सिंह ने ये 5 ककार जो है उस वक्त के लिए चलाए थे, जैसे वाम मार्गियों ने 5 मकार चला दिए। उन्होंने ककार है 5 मकार है मीन, मैथुन, मदिरा, मुद्रा, मांस। इस तरीके से गुरु गोविंद सिंह ने चलाए। अब इनकी आवश्यकता नहीं है, अब सिखों को चाहिए कि ये दुर्मत का त्याग कर वेद मत का प्रचार करे। ये उन्होंने फिलॉसफी सी। मगर अफसोस है इस किताब ਲਈ ਵੀ ਗਿਆਨੀ ਜ਼ੈਲ ਸਿੰਘ ਜੀ ਵੇਲੇ 5 ਲੱਖ ਰੁਪਇਆ ਉਹਨਾਂ ਨੂੰ ਦਿੱਤਾ ਗਿਆ। ਖੈਰ ਉਹ ਇੱਕ ਵੱਖਰਾ ਰਾਜਨੀਤਿਕ ਬੰਦਿਆਂ ਦੀ ਮਜਬੂਰੀ ਹੁੰਦੀ ਹੈ। ਤਾਂ ਸੁਸ਼ੀਲਾ ਨਈਅਰ, ਲਾਜਪਤ ਰਾਏ, ਇਹ ਸਾਰੇ ਜਿੰਨੇ ਸੀ ਇਹ ਆਰੀਆ ਸਮਾਜੀ ਲੀਡਰ ਸਨ। ਤਾਂ ਸੁਸ਼ੀਲਾ ਨਈਅਰ ਨੇ ਦਿੱਲੀ ਦੀ ਸਟੇਜ ਦੇ ਉੱਤੇ, ਗੁਰਪੁਰਬ ਦੀ ਸਟੇਜ ਸੀ, ਤਾਂ ਪ੍ਰਬੰਧਕ ਬੁਲਾ ਲੈਂਦੇ ਆ ਤੇ ਉੱਥੇ ਉਹਨਾਂ ਨੇ ਕਹਿ ਦਿੱਤਾ कि सिख पैदा हुए थे हिंदुओं की रक्षा के लिए, अब हिंदू अपनी रक्षा के काबिल हो गए हैं, अब इनकी क्या आवश्यकता है, यानी असी एक हो जाइए, असी एकता कर लीए, मुड़ इक्को बन जाइए। उस वेले मास्टर जी खड़े हो गए, कहन लगे सुशीला नैयर नूं कि इस तरह है कि मैं एक हिंदू तो सिख बनया, मैं सिर्फ 2 सवाल पूछने हैं, मैनू जवाब दे दो, मैं हो सकता मुड़ हिंदू बन जाऊं। वो कहंदे जी पूछिए। मास्टर जी ने कहा कि सिख क्यों पैदा हुए? कहते हिंदुओं की रक्षा के लिए। कहते हिंदू क्यों पैदा हुए? कोई जवाब नहीं। कहते एवें ही। कहते हो सकता है तुहानू कल फिर लोड़ पै जाए, जे तुसी खत्म करता फिर की करोगे? और ये गल सही है। जदों पीस मिशन दी मीटिंग सी, पीस कमीशन दी मीटिंग सी, मास्टर तारा सिंह हर वेले 3 फुटी किरपान रखते सी। महात्मा गांधी ने उन्होंने टॉन्ट करके कहा, हालांकि महात्मा गांधी ने तो इत्थों तक कहता सी गुरु गोबिंद सिंह गुमराह देश भगत थे क्योंकि वो कृपान रखते थे। तो महात्मा गांधी ने मास्टर जी ने कहा, मास्टर जी ये पीस मिशन की मीटिंग है, तुसी ये कृपान इत्थे क्यों लेके आए हो? मास्टर जी का जवाब सी तुम्हारी रक्षा के लिए, हो सकता है तैनू लोड़ पै जाए, तेरी रक्षा ली चाहिए है। सो ये जिहड़ी उन्हां दी स्पष्टवादिता सी। और खास करके एक इंसीडेंट जिहड़ा कि लैरी कॉलिंस ने भी लिखिया और उन्हां दी किताब दे विच है कि जदों फसाद पूरे जोर ते सी, चारे पासे तो सी, महाराजा पटियाला ने भी बड़ी मदद की, उन्होंने भी हथियार दिते और सारे पासियों सारियां पार्टियां हथियार इकट्ठे कर रही सी। कपूरथले मैनू सरदार मनजीत सिंह जिहड़े मास्टर तारा सिंह दे पीए सी, उन्होंने एक इंसीडेंट दस्सिया। वो कहन लगे कि अकाली दल ने उस वेले सरदार ईशर सिंह मजैल, ऊधम सिंह नागोके, मास्टर तारा सिंह, दर्शन सिंह फेरूमान, ये सारे सन। और ज्ञानी करतार सिंह जिन्हां नूं दिमाग किया जांदा सी, इन्हां ने इन्हां ने भेजिया। ज्ञानी करतार सिंह जी और मनजीत सिंह गए कपूरथले दे महाराजे कोल
ਕਿ ਸਾਨੂੰ 1100 ਰਾਈਫਲਾਂ ਚਾਹੀਦੀਆਂ। ਜੀ ਮਨਜੀਤ ਸਿੰਘ ਜੀ ਕਹਿੰਦੇ ਆ ਕਪੂਰਥਲੇ ਦੇ ਮਹਾਰਾਜੇ ਨੇ ਕਿਹਾ ਕਿ ਮੈਂ ਤੁਹਾਨੂੰ 1300 ਰਾਈਫਲਾਂ ਦਿਆਂਗਾ, ਪਰ ਇੱਕ ਤੁਸੀਂ ਇੱਥੇ ਵਾਅਦਾ ਕਰੋ ਕਿ ਜੇ ਕਿਧਰੇ ਸਿੱਖ ਆਜ਼ਾਦ ਹੋ ਜਾਂਦੇ ਹੈ ਤਾਂ ਕਪੂਰਥਲਾ ਰਿਆਸਤ ਆਜ਼ਾਦ ਹੋਏਗੀ। ਜੀ ਤਾਂ ਉਹ ਗਿਆਨੀ ਕਰਤਾਰ ਸਿੰਘ ਕਹਿਣ ਲੱਗੇ ਐਡਾ ਵੱਡਾ ਫੈਸਲਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਅਸੀਂ ਕਿੱਦਾਂ ਕਹਿ ਸਕਦੇ ਹਾਂ। ਉਹ ਕਹਿੰਦੇ ਜੀ ਪੁੱਛ ਕੇ ਆਓ। ਕਹਿੰਦੇ ਅਸੀਂ ਅੰਮ੍ਰਿਤਸਰ ਸਾਹਿਬ ਆ ਗਏ ਤੇ ਉਹਨਾਂ ਨੂੰ ਪੁੱਛਿਆ ਮਾਸਟਰ ਜੀ, ਉਹ ਤੇ ਕਹਿੰਦੇ ਤੁਹਾਨੂੰ 1300 ਰਾਈਫਲਾਂ ਦਿੰਨੇ ਆ, ਪਰ ਤੁਹਾਨੂੰ ਵਾਅਦਾ ਕਰੋ ਕਿ ਜੇ ਸਿੱਖ ਆਜ਼ਾਦ ਹੋ ਗਏ ਤੇ ਕਪੂਰਥਲਾ ਰਿਆਸਤ ਆਜ਼ਾਦ ਹੋ ਜਾਏਗੀ। ਉਹ ਕਹਿੰਦੇ ਮਨਜੀਤ ਸਿੰਘ ਕਹਿੰਦੇ ਮਾਸਟਰ ਜੀ ਨੇ 1 ਸੈਕਿੰਡ ਨਹੀਂ ਲਾਇਆ, ਕਹਿੰਦੇ ਮਨਜ਼ੂਰ ਹੈ, ਦੇ ਦਿੱਤੀਆਂ, ਹੋ ਗਿਆ, ਮਨਜ਼ੂਰ ਹੈ। ਉਹ ਕਹਿਣ ਲੱਗੇ ਅਸੀਂ ਬੜੇ ਹੈਰਾਨ ਹੋ ਗਏ ਕਿ ਐਡਾ ਵੱਡਾ ਫੈਸਲਾ ਇਹ ਕਿਸ ਤਰ੍ਹਾਂ ਕਹਿ ਦਿੱਤਾ, ਇੱਕਦਮ ਕਹਿ ਦਿੱਤਾ। ਉਹ ਕਹਿੰਦੇ ਕਿ ਅਗਲੇ ਦਿਨ ਜਦੋਂ ਕ੍ਰਿਪਸ ਮਿਸ਼ਨ ਦੀ ਮੀਟਿੰਗ ਸੀ, ਉਹਦੇ ਵਿੱਚ ਸਾਰੇ ਕਾਂਗਰਸ ਦੇ ਲੀਡਰ, ਮੁਸਲਿਮ ਲੀਗ ਦੇ ਲੀਡਰ ਸੀ, ਤੇ ਉਸ ਵੇਲੇ ਸਰ ਸਟੈਫਰਡ ਕ੍ਰਿਪਸ ਨੇ, ਉਹਨਾਂ ਕੋਲ ਇੰਟੈਲੀਜੈਂਸ ਦੀਆਂ ਰਿਪੋਰਟਾਂ ਆ ਗਈਆਂ ਤੇ ਉਹਨਾਂ ਨੇ ਮਾਸਟਰ ਜੀ ਨੇ ਕਦਮ ਅੰਦਰ ਰੱਖਿਆ ਤੇ ਮਨਜੀਤ ਸਿੰਘ ਕਹਿੰਦੇ ਮੈਂ ਨਾਲ ਸੀ ਤੇ ਕ੍ਰਿਪਸ ਕਹਿੰਦਾ ਮਾਸਟਰ ਜੀ, ਮਾਸਟਰ ਤਾਰਾ ਸਿੰਘ ਅਜੇ ਕੋਈ ਫੈਸਲਾ ਨਹੀਂ ਹੋਇਆ, ਕੋਈ ਗੱਲ ਨਹੀਂ ਹੋਈ ਤੇ ਤੁਸੀਂ ਸਟੇਟਾਂ ਵੰਡਣੀਆਂ ਵੀ ਸ਼ੁਰੂ ਕਰ ਦਿੱਤੀਆਂ, ਤੁਸੀਂ ਕਪੂਰਥਲਾ ਦੇ ਦਿੱਤਾ। ਬੜੀ ਕਹਿੰਦੇ ਆ ਮਨਜੀਤ ਸਿੰਘ ਕਹਿੰਦੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿ ਇਹ ਕੀ ਹੋ ਗਿਆ, ਹੁਣ ਮਾਸਟਰ ਤਾਰਾ ਸਿੰਘ ਕੀ ਜਵਾਬ ਦੇਗਾ, ਜਿਹਨੂੰ ਕਹਿੰਦੇ ਕਿ ਰੰਗੇ ਹੱਥ ਫੜੇ ਗਏ। ਉਸ ਵੇਲੇ ਮਾਸਟਰ ਤਾਰਾ ਸਿੰਘ ਬੜੇ ਖਿੜਖਿੜਾ ਕੇ ਹੱਸੇ, ਬਹੁਤ ਜ਼ੋਰ ਦੀ ਹੱਸੇ। ਉਹ ਕਹਿੰਦਾ ਕ੍ਰਿਪਸ ਕਹਿੰਦਾ ਮਾਸਟਰ ਤਾਰਾ ਸਿੰਘ ਮੈਂ ਬੜਾ ਸੀਰੀਅਸ ਸਵਾਲ ਪੁੱਛ ਰਿਹਾ ਔਰ ਤੂੰ ਹੱਸ ਰਿਹਾ। ਮਾਸਟਰ ਜੀ ਦਾ ਜਵਾਬ ਸੀ ਮੈਂ ਤੁਹਾਨੂੰ ਬਹੁਤ ਸਿਆਣਾ ਸਮਝਿਆ ਸੀ ਪਰ ਤੁਸੀਂ ਹੈ ਨਹੀਂ। ਕਹਿੰਦਾ ਕੀ ਮਤਲਬ? ਕਹਿੰਦੇ ਉਹਨੇ ਮੇਰੇ ਕੋਲੋਂ ਕਪੂਰਥਲਾ ਮੰਗਿਆ, ਮੈਂ ਉਹਨੂੰ ਕਿਹਾ ਲੈ ਲੈ, ਤੂੰ ਮੇਰੇ ਕੋਲ ਲੰਡਨ ਮੰਗ, ਮੈਂ ਤੈਨੂੰ ਲਿਖ ਕੇ ਦੇ ਦਿੰਦਾ, ਲੰਡਨ ਤੇਰਾ ਹੋ ਗਿਆ, ਮੇਰੇ ਪਿਓ ਦਾ ਹੈਗਾ ਜਿਹੜਾ ਮੈਂ ਵੰਡ ਸਕਾਂ, ਜਿਹੜੀ ਮੇਰੀ ਚੀਜ਼ ਹੀ ਨਹੀਂ ਮੈਨੂੰ ਦੇਣ ਚ ਕੀ ਹਰਜ। ਸੋ ਇਹ ਜਿਹੜੀ ਹਾਜ਼ਰ ਜਵਾਬੀ ਕਹਿ ਲਓ ਜਾਂ ਸੋਚ ਕਹਿ ਲਓ, ਇਹ ਇੱਕ ਬੜੀ ਅਦੁੱਤੀ ਸੀਗੀ ਜਿਹੜੀ ਕਿ ਹਰ ਵੇਲੇ, ਮਗਰ ਉਹਨਾਂ ਇਸ ਕਰਕੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਸੱਚੇ ਬੰਦੇ ਨੂੰ ਸੱਚੀ ਗੱਲ ਫੁਰਦੀ ਹੈ। ਔਰ ਇੱਕ ਗੱਲ ਹੋਰ ਕਹਿੰਦੇ ਹੁੰਦੇ ਸੀ, ਉਹਨਾਂ ਦੀ ਬੜੀ ਮਸ਼ਹੂਰ ਹੈ, ਕਹਿੰਦੇ ਕਿ ਜੇ ਪਿੰਡ ਦੇ ਥਾਣੇਦਾਰ ਦਾ ਕੁੱਤਾ ਮਰ ਜਾਏ ਸਾਰਾ ਪਿੰਡ ਅਫਸੋਸ ਕਰਨ ਜਾਂਦਾ, ਪਰ ਜੇ ਪਿੰਡ ਦੇ ਥਾਣੇਦਾਰ ਮਰ ਜਾਏ ਪਿੰਡ ਦਾ ਕੁੱਤਾ ਵੀ ਨਹੀਂ ਪੁੱਛਣ ਜਾਂਦਾ। ਵਾਹ, ਇਹ ਵਾਕਈ ਅੱਜ ਵੀ ਸੱਚ ਹੈ। ਲੇਕਿਨ ਸਰ ਜਿਹੜੀ ਇੱਕ ਗੱਲ ਰਹਿ ਗਈ ਵਿੱਚੋਂ ਕਿ ਪਟੇਲ ਨਾਲ ਉਹਨਾਂ ਦਾ ਕਾਹਦਾ ਝਗੜਾ ਸੀ? ਪਟੇਲ ਦਾ ਜੀ ਪਟੇਲ ਦਾ ਇਹੀ ਸੀ, ਪਟੇਲ ਨੇ ਚੈਲੰਜ ਕੀਤਾ ਸੀ ਕਿ ਉਹਨੇ ਇੱਕ ਗੱਲ ਕੀ ਕਿ ਪੰਜਾਬੀ ਸੂਬਾ ਨਹੀਂ ਬਣਨ ਦੇਾਂਗੇ। ਉਹਦਾ ਇਹ ਸੀ ਕਿ ਇਹ ਦਲਿਤਾਂ ਨੂੰ ਅਧਿਕਾਰ ਨਹੀਂ ਹੋਏਗਾ ਜਿਹੜੀਆਂ ਰਿਜ਼ਰਵੇਸ਼ਨ ਦਾ। ਤੀਜਾ ਜਿਹੜਾ ਸੀਗਾ ਕਿ ਤੁਸੀਂ ਇਹ ਕਹਿਣਾ ਬੰਦ ਕਰੋ ਕਿ ਪਹਿਲੇ ਪੰਥ ਹੈ ਤੇ ਪਹਿਲੇ ਦੇਸ਼ ਹੈ, ਅਸੀਂ ਸਾਰੇ ਭਾਰਤੀ ਹਾਂ, ਅਸੀਂ ਸਾਰੇ ਇੱਕ ਹੈਗੇ ਹਾਂ। ਯਾਨੀ ਕਿ ਪੰਥ ਦੀ ਵੱਖਰੀ ਹਸਤੀ ਨੂੰ ਖਤਮ ਕਰਨਾ ਮੰਨ ਲਓ, ਸਾਡਾ ਤੁਹਾਡਾ ਕੋਈ ਝਗੜਾ ਨਹੀਂ। ਮਾਸਟਰ ਤਾਰਾ ਸਿੰਘ ਦਾ ਇਹੀ ਜਵਾਬ ਮੈਂ ਮੋਹਰ ਦੁਹਰਾ ਦਿਆਂ ਕਿ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਪੰਥ, ਮੇਰਾ ਦੇਸ਼ ਉਹ ਹੈ ਜਿੱਥੇ ਪੰਥ ਵਸਦਾ ਹੈ। ਜੇ ਕੱਲ ਇੱਥੋਂ ਛੱਡ ਕੇ ਮੈਨੂੰ ਅਫਰੀਕਾ ਜਾਣਾ ਪਏਗਾ, ਉਹਨਾਂ ਜੰਗਲਾਂ ਨੂੰ ਮੈਂ ਆਪਣਾ ਦੇਸ਼ ਕਹਿ ਲਾਂਗਾ। ਮਗਰ ਜਿੱਥੇ ਉਹਨਾਂ ਨੇ ਇੱਕ ਗੱਲ ਹੋਰ ਕਹੀ, ਉਸ ਵੇਲੇ ਕਈ ਸਿੱਖ ਲੀਡਰਾਂ ਨੇ ਵੀ, ਅਕਾਲੀ ਲੀਡਰਾਂ ਨੇ ਵੀ, ਕਈ ਵਿੱਚੋਂ ਜਿਹੜੇ ਨਿਕਲ ਕੇ ਸਰਕਾਰ ਨਾਲ ਜਾ ਰਹੇ ਕਾਂਗਰਸੀਆਂ ਨੇ ਵੀ ਇਹ ਕਿਹਾ ਇਹ ਬਹੁਤ ਗਲਤ ਬਿਆਨ ਹੈ। ਉਸ ਵੇਲੇ ਮਾਸਟਰ ਤਾਰਾ ਸਿੰਘ ਦਾ ਜਵਾਬ ਸੀ ਕਿ ਮਹਾਰਾਣਾ ਪ੍ਰਤਾਪ ਨੇ ਆਪਣਾ ਦੇਸ਼ ਛੱਡ ਦਿੱਤਾ, ਉਹ ਧਰਮ ਬਚਾ ਲਿਆ, ਉਹਨਾਂ ਨੂੰ ਅੱਜ ਦੇਸ਼ ਭਗਤ ਕਿਹਾ ਜਾਂਦਾ ਹੈ। ਰਾਜਾ ਮਾਨ ਸਿੰਘ ਨੇ ਆਪਣੀ ਧੀ ਦੇ ਡੋਲੇ ਦੇ ਕੇ ਉਹਨੇ ਰਾਜ ਕਾਇਮ ਰੱਖ ਲਿਆ, ਉਹ ਜਿਹੜਾ ਰਾਜ ਕਾਇਮ ਰੱਖ ਲਿਆ ਪਰ ਉਸਨੇ ਆਪਣਾ ਧਰਮ ਛੱਡ ਦਿੱਤਾ, ਉਸ ਨੂੰ ਤੁਸੀਂ ਗਦਾਰ ਕਹਿੰਦੇ ਹੋ। ਸੋ ਇਹ ਜਿਹੜੀ ਦੇਸ਼ ਭਗਤੀ ਤੇ ਗਦਾਰੀ ਦਾ ਜਿਹੜਾ ਲਬਾਦਾ ਹੈ, ਇਸ ਨੂੰ ਮਾਸਟਰ ਤਾਰਾ ਸਿੰਘ ਕਲੀਅਰ ਕਰਦੇ ਹੈ। ਮੇਰਾ ਦੇਸ਼ ਉਹ ਹੈ ਜਿੱਥੇ ਮੇਰਾ ਪੰਥ ਵਸਦਾ ਹੈ, ਜਿੱਥੇ ਮੈਂ ਪੰਥ ਦੀ ਖਾਤਰ ਮੈਂ ਦੇਸ਼ ਛੱਡ ਸਕਦਾ, ਦੇਸ਼ ਦੀ ਖਾਤਰ ਮੈਂ ਪੰਥ ਨਹੀਂ ਛੱਡ ਸਕਦਾ। ਮਤਲਬ ਪੰਥ ਜੀਵੇ ਮੈਂ ਉਜੜਾਂ, ਇਹ ਨਾਰਾ ਸੀ। ਅੱਛਾ, ਮੈਂ ਪੰਥ ਜੀਵੇ ਮੈਂ ਮਰਾਂ, ਪੰਥ ਜੀਵੇ, ਇਹ ਸੀ, ਇਹ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਔਰ ਜੀਵਿਆ, ਉਹਨਾਂ ਨੇ ਜੀਵਿਆ। ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ, ਉਹਨਾਂ ਨੇ ਕਿਹਾ ਕਿਸੇ ਅਸੂਲ ਦੀ ਖਾਤਰ ਸ਼ਹੀਦੀ ਦੇ ਦੇਣਾ ਦਿੱਤੀ ਜਾ ਸਕਦੀ ਹੈ, ਬਹੁਤ ਔਖੀ ਹੈ, ਬਹੁਤ ਵੱਡੀ ਕੁਰਬਾਨੀ ਹੁੰਦੀ ਹੈ। ਉਹਨਾਂ ਦੀ ਕਿਸੇ ਚੀਜ਼ ਦੀ ਖਾਤਰ ਸ਼ਹੀਦੀ ਦੇ ਦੇਣਾ ਕਿਸੇ ਅਸੂਲ ਦੀ ਖਾਤਰ ਦਿੱਤੀ ਜਾ ਸਕਦੀ ਹੈ, ਪਰ ਉਸ ਅਸੂਲ ਦੇ ਉੱਤੇ ਸਾਰੀ ਜ਼ਿੰਦਗੀ ਟੁਰਨਾ ਇਹ ਬਹੁਤ ਔਖਾ, ਬਹੁਤ ਔਖਾ। ਆਖਰੀ ਗੱਲ, ਮਾਸਟਰ ਤਾਰਾ ਸਿੰਘ ਦੇ ਜੀਵਨ ਦੀਆਂ ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਹੋ, ਇਹ ਅਕਾਲੀ ਕਿਰਦਾਰ ਦੀ ਤਰਜਮਾਨੀ ਕਰਦੀਆਂ। ਅੱਜ ਕੀ ਅਸੀਂ ਐਜ਼ ਇਟ ਇਜ਼ ਉਹਨੂੰ ਅੱਗੇ ਵਗਦਾ ਤੁਰਦਾ ਦੇਖਦੇ ਹਾਂ? ਜਿਹੜੀਆਂ ਚੀਜ਼ਾਂ ਦਾ ਉਹ ਤਿਆਗ ਕਰਦੇ ਰਹੇ, ਜਿਹੜੀ ਮਾਇਆ ਨਾਲ ਉਹ ਨਾਲ ਲੈਂਦੇ ਰਹੇ,
ਔਰ ਜਿਹੜੇ ਅਸੂਲਾਂ ਦੀ ਉਹ ਗੱਲ ਕਰਦੇ ਸੀ, ਅੱਜ ਦੇ ਦਿਨ 'ਚ ਉਹ ਰੈਲੇਵੈਂਟ ਰਹੀਆਂ ਗੱਲਾਂ? ਦੇਖੋ, ਉਸ ਵੇਲੇ ਜਦੋਂ 47 ਤੋਂ ਪਹਿਲੇ ਜਿਹੜਾ ਸੀਗਾ ਨਾ, ਉਸ ਵੇਲੇ ਤੁਹਾਨੂੰ ਬਹੁ ਗਿਣਤੀ ਘੱਟ ਗਿਣਤੀ ਦਾ ਨਹੀਂ ਸੀਗਾ। ਉਸ ਵੇਲੇ ਤੁਹਾਡੇ ਕਿਰਦਾਰ ਦੀ ਕਦਰ ਸੀ। ਉਸ ਵੇਲੇ ਤੁਹਾਡੀ ਜੋ ਇਖਲਾਕ ਦੀ ਕੀਮਤ ਸੀ। ਮੈਂ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਕਿ ਬਾਅਦ ਵਿੱਚ ਜਦੋਂ ਵੋਟਾਂ ਦੀ ਰਾਜਨੀਤੀ ਆ ਜਾਂਦੀ ਹੈ, ਜਦੋਂ 47 ਤੋਂ ਬਾਅਦ ਇੱਕ ਰਣਜੀਤ ਨਗਾਰਾ ਅਖਬਾਰ ਨਿਕਲਦਾ ਸੀਗਾ, ਦੁਰਲਭ ਸਿੰਘ, ਜਿਹੜਾ ਬਾਅਦ ਵਿੱਚ ਜਾ ਕੇ ਤੇ ਬੜਾ ਹੀ ਭੈੜਾ ਜਿਹਾ ਔਰ ਵਾਹਿਯਾਤ ਜਿਹਾ ਉਹਨਾਂ ਨੇ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ, ਅਬਜ਼ਰਵਰ। ਪਰ ਉਸ ਵੇਲੇ ਉਹ ਪੰਥਕ ਅਖਬਾਰ ਹੁੰਦਾ ਸੀ। ਉਹਨਾਂ ਨੇ ਡੈਮੋਕ੍ਰੇਸੀ ਦੇ ਉੱਤੇ ਬੜਾ ਕੁਝ ਲਿਖਿਆ ਉਸ ਵੇਲੇ, ਕਿ ਜਿਹੜਾ ਹੁਣ ਡੈਮੋਕ੍ਰੇਸੀ ਦਾ ਸਿਸਟਮ ਆ ਰਿਹਾ। ਔਰ ਮਾਸਟਰ ਤਾਰਾ ਸਿੰਘ ਦੀ ਡਾਇਰੀ ਮੈਂ ਦੇਖੀ, ਉਹਨਾਂ ਦੀ ਡਾਇਰੀ ਮੈਂ ਪੜ੍ਹ ਰਿਹਾ ਸੀ, ਉਹਦੇ 'ਚ ਲਿਖਿਆ ਸੀ ਕਿ ਅੰਗਰੇਜ਼ ਜਾ ਰਹੇ ਹੈ, ਮੈਨੂੰ ਡਰ ਲੱਗ ਰਿਹਾ। ਤੁਹਾਡੇ ਸਵਾਲ ਦਾ ਜਵਾਬ ਆ ਜਾਏਗਾ। ਉਹ ਕਹਿੰਦੇ ਅੰਗਰੇਜ਼ ਜਾ ਰਹੇ ਹੈ, ਮੈਨੂੰ ਡਰ ਲੱਗ ਰਿਹਾ। ਇਸ ਤੋਂ ਪਹਿਲੇ ਕਹਿੰਦੇ ਕੋਈ ਸਿੱਖ ਜਿੰਨਾ ਮਰਜ਼ੀ ਬੇਈਮਾਨ ਹੋ ਜਾਏ, ਜਿੰਨਾ ਮਰਜ਼ੀ ਗਦਾਰ ਹੋ ਜਾਏ, ਜਿੰਨਾ ਮਰਜ਼ੀ ਕਰ ਲਵੇ, ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਕਹਿੰਦੇ ਅੱਜ ਉਸ ਨੂੰ ਹਾਕਮ ਸ਼੍ਰੇਣੀ ਵਿੱਚ ਆਉਣ ਲਈ ਸਿਰਫ 1 ਮਿੰਟ ਦਾ ਟਾਈਮ ਚਾਹੀਦਾ। ਇਹ ਬੜੀ ਵੱਡੀ ਗੱਲ ਹੈ, ਔਰ ਜਿਹੜੀ ਕਿ ਚਰਿਤਾਰਥ ਹੋਈ ਹੈ, ਜਿਹੜੀ ਕਿ ਸਪਸ਼ਟ ਹੈਗੀ ਹੈ। ਸਰਦਾਰ ਬਲਦੇਵ ਸਿੰਘ ਜੀ ਨੇ, ਮਾਸਟਰ ਤਾਰਾ ਸਿੰਘ ਨੇ ਉਹਨਾਂ ਨੂੰ ਨੁਮਾਇੰਦਾ ਭੇਜਿਆ, ਕਿਉਂਕਿ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਮੈਂ ਸਾਰੀ ਜ਼ਿੰਦਗੀ ਕੋਈ ਅਹੁਦਾ ਨਹੀਂ ਲੈਣਾ ਸਵਾਏ ਗੁਰਦੁਆਰਿਆਂ ਦੇ, ਮੈਂ ਕਿਸੇ ਹੋਰ MLA MLC MP, ਔਰ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਤੱਕ ਦਾ ਵੀ ਅਹੁਦਾ ਦਿੱਤਾ ਗਿਆ, ਮਗਰ ਉਹਨਾਂ ਨੇ ਨਹੀਂ ਲਿਆ। ਜਦੋਂ ਉਹਨਾਂ ਨੂੰ ਕਿਹਾ ਗਿਆ 47 ਵੇਲੇ ਤੁਸੀਂ ਡਿਫੈਂਸ ਮਿਨਿਸਟਰ ਲਈ ਤੁਸੀਂ ਆ ਜਾਓ, ਤੁਹਾਡਾ ਜ਼ਰੂਰੀ ਹੈ, ਮਾਸਟਰ ਜੀ ਨੇ ਉਸ ਵੇਲੇ ਸਰਦਾਰ ਬਲਦੇਵ ਸਿੰਘ ਜੀ ਨੂੰ ਕਿਹਾ ਕਿ ਇਹਨਾਂ ਨੂੰ ਲੈ ਲਓ, ਇਹ ਪੋਲਿਟਿਕਸ ਵਿੱਚੋਂ ਨਹੀਂ ਹਨ, ਇਮਾਨਦਾਰ ਹਨ, ਅਮੀਰ ਕਰਦੇ ਹਨ। ਸਰਦਾਰ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਬਣ ਗਏ। ਪਹਿਲਾ ਕੰਮ ਸਰਦਾਰ ਬਲਦੇਵ ਸਿੰਘ ਜੀ ਨੇ ਕੀਤਾ, ਮਾਸਟਰ ਤਾਰਾ ਸਿੰਘ ਨੂੰ ਅੰਦਰ ਕੀਤਾ, ਅਰੈਸਟ ਕੀਤਾ। ਔਰ ਉਸ ਵੇਲੇ ਪਟੇਲ ਦੀ ਕੋਰਸਪੋਂਡੈਂਸ ਹੀ ਲਿਖਿਆ ਕਿ ਪੰਡਿਤ ਨਹਿਰੂ ਨੇ, ਪਟੇਲ ਨੇ ਮਾਸਟਰ ਤਾਰਾ ਨੂੰ, ਪੰਡਿਤ ਜੀ ਨੂੰ ਲਿਖਿਆ, ਸਾਨੂੰ ਪੰਜਾਬ ਵਿੱਚ ਇੱਕ ਲੀਡਰ ਚਾਹੀਦਾ ਹੈ ਜਿਹੜਾ ਮਾਸਟਰ ਤਾਰਾ ਸਿੰਘ ਦਾ ਮੁਕਾਬਲਾ ਕਰ ਸਕੇ। ਅੱਛਾ, ਉਹਦੇ 'ਚ ਲਿਖਿਆ। ਔਰ ਉਹਨਾਂ ਦਾ ਜਵਾਬ ਸੀ ਕਿ ਇਹ ਲੱਭਣਾ ਮੁਸ਼ਕਲ ਹੈ। ਸਰਦਾਰ ਬਲਦੇਵ ਸਿੰਘ ਦੀ ਚਿੱਠੀ ਹੈ ਕਿ ਇਹ ਸੇਵਾ ਮੈਂ ਕਰ ਸਕਦਾ। ਅੱਛਾ ਜੀ, ਹੁਣ ਤੁਸੀਂ ਕੀ ਕਹੋਗੇ? ਇਹਦਾ ਕੀ ਜਵਾਬ ਹੈ? ਕੋਈ ਜਵਾਬ ਨਹੀਂਗਾ। ਸੋ ਉਹ ਜਿਹੜਾ ਹਾਲਾਤ ਬਣ ਗਏ, ਸਾਰੇ ਦੇ ਸਾਰੇ ਪੰਜਾਬੀ ਸੂਬੇ ਦੀ ਮੰਗ ਨੂੰ ਸ਼ੁਰੂ ਕਰਨ ਵਾਲੇ ਸਰਦਾਰ ਹੁਕਮ ਸਿੰਘ ਜੀ ਸਨ। ਉਹਨਾਂ ਨੇ ਲਿਖਿਆ, ਮਗਰ ਬਾਅਦ ਵਿੱਚ ਜਦੋਂ ਪੰਜਾਬੀ ਸੂਬੇ ਅਰੂਜ ਤੇ ਆ ਗਿਆ, ਉਹਦੀ ਡਿਸਾਈਡ ਕਰਨਾ ਸੀ, ਮੰਨਿਆ ਜਾਣਾ ਚਾਹੀਦਾ ਕਿ ਨਹੀਂ ਮੰਨਿਆ ਜਾਣਾ ਚਾਹੀਦਾ, ਦੇਣਾ ਕਿ ਨਹੀਂ ਦੇਣਾ। ਸਰਦਾਰ ਹੁਕਮ ਸਿੰਘ ਜੀ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਹੈ ਜੀ, ਕਿਧਰੇ ਹੋਰ ਨਹੀਂ। ਔਰ ਉਹਨਾਂ ਦੀ ਜੀਵਨੀ ਲਿਖੀ ਹੈ ਪ੍ਰਤਾਪ ਸਿੰਘ ਜੀ ਨੇ, ਉਹਦੇ ਵਿੱਚ ਵੀ ਲਿਖ ਦਿੱਤਾ, ਸੱਚ ਜਿਹੜਾ ਲੁਕਦਾ ਨਹੀਂ। ਉਹਦੇ ਤੇ ਹੁਕਮ ਸਿੰਘ ਜੀ ਨੇ ਲਿਖਿਆ, ਮੈਂ ਪੰਜਾਬੀ ਸੂਬੇ ਦੀ ਮੰਗ ਦਾ ਜਨਮਦਾਤਾ ਸੀ, ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਸੀ ਜੀ। ਇਸ ਗਲਤੀ ਦੀ ਸਜ਼ਾ ਅਗਰ ਮੌਤ ਹੈ ਤੇ ਮੈਂ ਉਹਦੇ ਲਈ ਤਿਆਰ ਹਾਂ। ਉਹਨਾਂ ਨੇ ਅੱਗੇ ਲਿਖਿਆ, ਮੇਰੇ ਭਰਾ ਦਾ ਨਾਮ ਸੁਦਾਗਰ ਰਾਮ ਹੈ, ਜਿਨ੍ਹਾਂ ਲੋਕਾਂ ਨੇ ਮੇਰਾ ਕਪੂਰਥਲੇ ਵਾਲਾ ਮਕਾਨ ਦੇਖਿਆ, ਉੱਥੇ ਪਿਆ ਹੋਇਆ ਹੁੱਕਾ ਦੇਖ ਕੇ ਹੈਰਾਨ ਹੁੰਦੇ ਆ। ਮੈਂ ਆਪਣੇ ਸਾਲਿਆਂ ਨੂੰ ਕਿੱਦਾਂ ਮਨਾ ਕਰ ਸਕਦਾ ਕਿ ਹੁੱਕਾ ਨਾ ਪੀਣ? ਕਹਿੰਦੇ ਕਿ ਮੈਨੂੰ ਪਤਾ ਲੱਗਾ ਹੈ ਕਿ ਸਿੱਖਾਂ ਨੂੰ ਹਿੰਦੂ ਮੰਨਿਆ ਜਾਂਦਾ ਹੈ ਹਿੰਦੂ ਲਾਅ ਵਿੱਚ, ਅਗਰ ਐਡੀ ਵੱਡੀ ਕੌਮ ਸਾਨੂੰ ਆਪਣਾ ਹਿੱਸਾ ਮੰਨਦੀ ਹੈ, ਇਹਦੇ ਵਿੱਚ ਹਰਜ ਕੀ ਹੈ? ਜਦੋਂ ਆਪਣੇ ਵੀ ਸਾਥ ਛੱਡ ਜਾਣ। ਔਰ ਉਹਦੇ ਬਾਅਦ ਇਵਜ਼ਾਨਾ ਹੋਇਆ, ਸਰਦਾਰ ਸਾਹਿਬ ਨੂੰ ਉਹਨਾਂ ਨੇ ਡਿਪਟੀ ਸਪੀਕਰ ਬਣਾਤਾ, ਫਿਰ ਸਪੀਕਰ ਬਣਾਤਾ, ਫਿਰ ਗਵਰਨਰ ਬਣਾਤਾ। ਜਦੋਂ ਹਟ ਗਏ, ਜਦੋਂ ਸਾਰਾ ਕੁਝ ਹਟ ਗਏ, ਤਾਂ ਉਸ ਵੇਲੇ ਟੋੜਾ ਸਾਹਿਬ ਨੇ ਉਹਨਾਂ ਨੂੰ ਸਿੰਘ ਸਭਾ ਸ਼ਤਾਬਦੀ ਕਮੇਟੀ ਦਾ ਪ੍ਰਧਾਨ ਬਣਾਤਾ, ਜਿਹਦਾ ਨਾਰਾ ਸੀ ਹਮ ਹਿੰਦੂ ਨਹੀਂ। ਸੋ ਸਾਡੀ ਟ੍ਰੈਜਡੀ ਜਿਹੜੀ ਹੈ ਨਾ ਜੀ, ਉਹ ਬਹੁਤ ਹੈ। ਮਗਰ ਇੱਥੇ ਜਿਹੜਾ ਨੈਰੇਟਿਵ ਹੈਗਾ, ਉਹ ਲਿਖਣ ਵਾਲਾ ਕੋਈ ਹੋਰ ਹੈ। ਪਰ ਆਉਣ ਵਾਲਾ ਸਮਾਂ, ਔਰ ਜਿਤਨੀ ਦੇਖੋ ਦੇਸ਼ ਲਈ ਇੰਨੀ ਵੱਡੀ ਗੱਲ, ਅਗਰ ਉਹ ਮਾਸਟਰ ਤਾਰਾ ਸਿੰਘ ਇਹ ਨਾ ਕਰਦੇ, ਅੱਜ ਪਾਕਿਸਤਾਨ ਦੀ ਬਾਉਂਡਰੀ ਸਾਰੇ ਦੇ ਸਾਰੇ ਉਹਨਾਂ ਦੇ ਵੱਡੇ ਸ਼ਹਿਰਾਂ ਦੇ ਨਜ਼ਦੀਕ ਹੈ, 20 ਕਿਲੋਮੀਟਰ ਹੈ। ਸਿਆਲਕੋਟ, ਲਾਹੌਰ, ਕਸੂਰ, ਸਾਰੇ ਸ਼ਹਿਰ ਉਹਨਾਂ ਦੀ 20 ਕਿਲੋਮੀਟਰ 'ਚ ਹੈ। ਅਗਰ ਨਾ ਹੁੰਦਾ, ਇਹ ਹਾਲ ਹਿੰਦੁਸਤਾਨ ਦਾ ਹੋਣਾ ਸੀ, ਹਿੰਦੁਸਤਾਨ ਦੀ ਬਾਉਂਡਰੀ ਇਦਾਂ ਹੋਣੀ ਸੀ। ਪਰ ਅਫਸੋਸ ਹੈ, ਅਕਿਰਤਕਣਤਾ ਦੀ ਚਰਮ ਸੀਮਾ ਹੈ ਕਿ ਫਤਿਹਨਗਰ ਦਿੱਲੀ ਦੇ ਵਿੱਚ ਤਿਲਕ ਨਗਰ 'ਚ ਇੱਕ ਛੋਟੀ ਜਿਹੀ ਪਾਰਕ ਹੈ, ਉਹਦਾ ਨਾਮ ਮਾਸਟਰ ਤਾਰਾ ਸਿੰਘ ਪਾਰਕ ਸੀ, ਉਹ ਵੀ ਨਾਮ ਮਿਟਾ ਦਿੱਤਾ ਗਿਆ ਜੀ। ਇੱਕ ਬੁੱਤ ਨਹੀਂ ਲਗਾਇਆ। ਔਰ ਜੇ ਸਰਨਾ ਸਾਹਿਬ ਨੇ ਬੁੱਤ ਲਗਾਇਆ ਤਾਂ ਉਹ ਕੀ ਹੈ? ਰਕਾਬਗੰਜ ਸਾਹਿਬ ਦੀਆਂ ਟਾਇਲਟਸ ਦੇ ਵਿੱਚੋਂ ਇੱਕ
ਟੁਕੜਾ ਕੱਟ ਕੇ ਉਹਦੇ ਚੋਂ ਦੀਵਾਰ ਦਾ, ਉਹਦੇ 'ਚ ਮਾਸਟਰ ਤਾਰਾ ਸਿੰਘ ਦਾ ਬੁੱਤ ਲਗਾਇਆ। ਸਰਨਾ ਸਾਹਿਬ ਕਹਿੰਦੇ ਮੈਂ ਮਾਸਟਰ ਤਾਰਾ ਸਿੰਘ ਦਾ ਬੁੱਤ ਲਗਾ ਕੇ ਉਹਦਾ ਮੂੰਹ ਜਿਹੜਾ ਹੈ ਉਹ ਮੈਂ ਪਾਰਲੀਮੈਂਟ ਵੱਲ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਤਾਂ ਕਦੀ ਪਾਰਲੀਮੈਂਟ ਵੱਲ ਮੂੰਹ ਨਹੀਂ ਸੀ ਕੀਤਾ, ਤੁਸੀਂ ਉਧਰ ਮੂੰਹ ਕਰ ਦਿੱਤਾ। ਸੋ ਮਾਸਟਰ ਤਾਰਾ ਸਿੰਘ ਦੀ ਸਾਰੀ ਕਹਾਣੀ ਅਕਿਰਤ ਘਣਤਾ ਦੀ, ਗੱਦਾਰੀ ਦੀ, ਕੁਰਬਾਨੀ ਦੀ, ਇਹ ਜਿਹੜਾ ਇਤਿਹਾਸ ਹੈ 1885 ਤੋਂ ਲੈ ਕੇ 1967 ਤੱਕ ਦਾ, ਇਹ ਹਰ ਸਿੱਖ ਨੂੰ ਇਮਾਨਦਾਰੀ ਨਾਲ ਪੜ੍ਹਨਾ ਚਾਹੀਦਾ ਹੈ। ਬਹੁਤ ਲੋਕ ਹਨ ਜਿਹੜੇ ਕਿ ਉਸ ਚੀਜ਼ ਨੂੰ ਮਿਟਾਉਣ ਲਈ ਉਹ ਹੁਣ ਕਿਹਦੇ ਹੱਥਾਂ 'ਚ ਖੇਡ ਰਹੇ ਹੈ, ਇਹ ਵਾਹਿਗੁਰੂ ਜਾਣਦਾ। ਸਰਦਾਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਿਸਥਾਰ ਨਾਲ ਦੱਸਿਆ ਔਰ ਮੇਰੇ ਵੀ ਬਹੁਤ ਸਾਰੀਆਂ ਨਵੀਆਂ ਗੱਲਾਂ ਪੱਲੇ ਪਈਆਂ ਨੇ। ਮੈਂ ਚਾਹੂੰਗਾ ਕਿ ਰੰਧਾਵਾ ਸਾਹਿਬ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ, ਜਿਹੜੀ ਤੁਸੀਂ ਰੈਲੇਵੈਂਟ ਦੀ ਗੱਲ ਕਰਦੇ ਹੋ, ਉਹ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸ ਰਿਹਾ ਸੀ ਲੈਰੀ ਕਾਲਿੰਸ ਦੀ ਕਿਤਾਬ, ਇਹ ਮੇਰੇ ਕੋਲ ਹੈਗੀ ਹੈ। ਲੈਰੀ ਕਾਲਿੰਸ ਦੀ ਕਿਤਾਬ ਹੈ, ਹਾਂਜੀ, ਫਰੀडम ਐਟ ਮਿਡਨਾਈਟ ਹੈ। ਇਹਦੇ ਵਿੱਚ ਉਹਨੇ ਇੱਕ ਇਨਸੀਡੈਂਟ ਲਿਖਿਆ ਕਿ ਜਦੋਂ ਹਾਲਾਤ ਪੰਜਾਬ ਦੇ ਬਹੁਤ ਵਿਗੜ ਗਏ ਤਾਂ ਮੁਹੰਮਦ ਅਲੀ ਜਿਨਾਹ ਦਾ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਇੱਕ ਜਲੂਸ ਨਿਕਲਣਾ ਸੀ ਕਰਾਚੀ ਦੇ ਵਿੱਚ, ਜਿਹੜਾ ਕਿ ਉਹਨਾਂ ਦੀ ਆਜ਼ਾਦੀ ਦਾ ਹੈਗਾ ਸੀ। ਉਹ ਕਹਿਣ ਲੱਗੇ, ਇਹਦੇ 'ਚ ਲਿਖਿਆ ਹੈ ਕਿ ਉਹ ਸਾਰੀ ਲੀਡਰਸ਼ਿਪ ਮੁਸਲਿਮ ਲੀਗ ਦੀ ਉਹ ਮਾਊਂਟ ਬੈਟਨ ਦੇ ਕੋਲ ਆਈ ਔਰ ਉਹਨਾਂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਪਲਾਨ ਕੀਤਾ ਹੈ ਮੁਹੰਮਦ ਅਲੀ ਜਿਨਾਹ ਨੂੰ ਬੰਬ ਨਾਲ ਉਡਾ ਦੇਣ ਦਾ। ਜੀ ਦੇਖੋ ਕਿੰਨਾ ਵੱਡਾ, ਇਹਨੂੰ ਅੱਜ ਨਾਲ ਜਰਾ ਤੁਸੀਂ ਕੰਪੇਅਰ ਕਰੋ। ਔਰ ਉਸ ਵੇਲੇ ਮਾਊਂਟ ਬੈਟਨ ਨੇ, ਜਿਹੜਾ CID ਅਫਸਰ ਖੜਾ ਸੀ, ਉਹਨੂੰ ਪੁੱਛਿਆ, ਉਹਨੇ ਸਿਰ ਹਿਲਾ ਦਿੱਤਾ ਕਿ ਸਾਡੇ ਕੋਲ ਖਬਰ ਹੈ ਜੀ। ਤਾਂ ਉਸ ਵੇਲੇ ਉਹਨੇ ਮਾਊਂਟ ਬੈਟਨ ਨੇ ਕਿਹਾ ਕਿ ਠੀਕ ਹੈ। ਉਹ ਕਹਿਣ ਲੱਗੇ ਕਿ ਤੁਸੀਂ ਇਹਦਾ ਕੀ ਪ੍ਰਬੰਧ ਕੀਤਾ? ਮਾਊਂਟ ਬੈਟਨ ਨੇ ਕਿਹਾ ਕਿ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਮੈਂ ਨਹੀਂ ਦੱਸ ਸਕਾਂਗਾ। ਉਹ ਕਹਿਣ ਲੱਗੇ ਕੀ ਤੂੰ ਸਾਡੇ ਕਾਇਦੇ ਆਜ਼ਮ ਨੂੰ ਮਰਵਾਉਣਾ ਚਾਹੁੰਦਾ? ਮਾਊਂਟ ਬੈਟਨ ਦਾ ਕਹਿਣਾ ਸੀ ਬਿਲਕੁਲ ਨਹੀਂ, ਮਗਰ ਉਹ ਕੀ ਕਰਨਾ ਹੈ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਮੁਸਲਿਮ ਲੀਗ ਦੇ ਲੀਡਰ ਕਹਿਣ ਲੱਗੇ ਕਿ ਤੁਸੀਂ ਮਾਸਟਰ ਤਾਰਾ ਸਿੰਘ ਨੂੰ ਅਰੈਸਟ ਕਰੋ ਜੀ। ਕਮਾਲ ਦਾ ਜਵਾਬ ਹੈ, ਤੁਸੀਂ ਉਸ ਤੋਂ ਬਾਅਦ ਦੀਆਂ ਘਟਨਾਵਾਂ ਕਹਿਣ ਦੀ ਵੀ ਲੋੜ ਨਹੀਂ। ਮਾਊਂਟ ਬੈਟਨ ਉਹ ਸਮਝ ਰਿਹਾ, ਉਹ ਕਹਿੰਦਾ ਤੁਹਾਨੂੰ ਪਤਾ ਹੈ ਮਾਸਟਰ ਤਾਰਾ ਸਿੰਘ ਕਿੱਥੇ ਹੈ? ਇਸ ਵੇਲੇ ਦਰਬਾਰ ਸਾਹਿਬ ਵਿੱਚ ਹੈ, ਉਹ ਦਰਬਾਰ ਸਾਹਿਬ ਵਿੱਚ ਹੈ। ਔਰ ਕੀ ਸੋਚਿਆ ਜਾ ਸਕਦਾ ਹੈ ਕਿ ਕੋਈ ਪੁਲਿਸ ਜਾਂ ਫੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਸਕਦੀ ਹੈ? ਕਮਾਲ। ਇਹ ਮਾਊਂਟ ਬੈਟਨ ਦਾ ਜਵਾਬ ਸੀ। ਔਰ ਉਸ ਵੇਲੇ ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਫਿਰ ਉਹਦੀ ਸਿਕਿਉਰਿਟੀ ਕੀ ਹੈ ਕਾਇਦੇ ਆਜ਼ਮ ਦੀ? ਮਾਊਂਟ ਬੈਟਨ ਨੇ ਕਿਹਾ ਕਿ ਮੈਂ ਇੱਕ ਸਿਕਿਉਰਿਟੀ ਦੇ ਸਕਦਾ, ਕੱਲ ਨੂੰ ਜਦੋਂ ਉਹਦਾ ਕਾਇਦੇ ਆਜ਼ਮ ਦਾ ਜਲੂਸ ਨਿਕਲੇਗਾ ਬੱਗੀ ਦੇ ਵਿੱਚ ਜਾਂ ਕਾਰ ਦੇ ਵਿੱਚ, ਉਹਦੀ ਨਾਲ ਦੀ ਸੀਟ ਤੇ ਮੈਂ ਬੈਠਾਂਗਾ, ਮੈਂ ਇਹ ਰਿਸਕ ਲਵਾਂਗਾ, ਪਰ ਮੈਂ ਦਰਬਾਰ ਸਾਹਿਬ ਦੇ ਅੰਦਰ ਫੌਜ ਜਾਂ ਪੁਲਿਸ ਨਹੀਂ ਭੇਜ ਸਕਦਾ। ਕਮਾਲ ਹੈ, ਕਮਾਲ ਹੈ, ਕਮਾਲ। ਇਹ ਇਤਿਹਾਸ ਦਾ ਸਿਰਜਕ ਸੀ ਮਾਸਟਰ ਤਾਰਾ ਸਿੰਘ, ਇਤਿਹਾਸ ਦੀ ਪ੍ਰੇਰਣਾ ਸੀ। ਔਰ ਫਿਰ ਉਹ ਲੋਕ ਜਿਨ੍ਹਾਂ ਦੇ ਆਪਣੇ ਅੱਗੋਂ ਕੋਹਨਮੋਹਨ ਹੋ ਗਏ, ਉਹ ਕਹੀ ਜਾਂਦੇ ਜੀ ਉਹ ਹਿੰਦੂ ਤੋਂ ਬਣਿਆ ਸੀ, ਹੁਣ ਇਸ ਦਾ ਕੀ ਜਵਾਬ ਦੇ ਸਕਦਾ? ਇਹਦਾ ਕੋਈ ਕਿਸੇ ਕੋਲ ਜਵਾਬ ਨਹੀਂ ਹੈਗਾ। ਉਹਨਾਂ ਦੇ ਕਿਰਦਾਰ ਉਹ ਆਪਣੀ ਨਿਭਾ ਗਏ ਔਰ ਉਹਨਾਂ ਦਾ ਜੀਵਨ ਔਰ ਆਚਰਣ ਜਿਹੜਾ ਸੀ ਅਖੀਰ ਤੱਕ ਸਿੱਖੀ ਦੇ ਨਾਲ ਜੁੜਿਆ ਸੀ। ਡਾਕਟਰਾਂ ਨੇ ਜਦੋਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਆਪਰੇਸ਼ਨ ਜ਼ਰੂਰੀ ਹੈ, ਪਰ ਇਹਦੇ ਵਿੱਚ ਤੁਹਾਡੇ 60% ਮੌਤ ਦੇ ਚਾਂਸ ਹੈ, ਤੇ ਮਾਸਟਰ ਤਾਰਾ ਬਾਰੀ ਦੀ ਇੱਕ ਗੱਲ ਹੈ, ਤੁਹਾਨੂੰ ਸਾਰੀ ਉਮਰ ਉਹ ਪਿਸ਼ਾਬ ਦੀ ਥੈਲੀ ਜਿਹੜੀ ਹੈ ਉਹ ਨਾਲ ਲੈ ਕੇ ਤੁਰਨੀ ਪਏਗੀ। ਮਾਸਟਰ ਤਾਰਾ ਸਿੰਘ ਦਾ ਡਾਕਟਰਾਂ ਨੂੰ ਜਵਾਬ ਸੀ ਕਿ ਮੈਂ ਅਗਰ 90% ਵੀ ਮੌਤ ਦਾ ਚਾਂਸ ਹੋਏ, 10% ਵੀ ਹੋਏ, ਤੁਸੀਂ ਆਪਰੇਸ਼ਨ ਕਰ ਦਿਓ, ਮੈਂ ਅਪਾਹਜ ਦੀ ਜ਼ਿੰਦਗੀ ਲੈ ਕੇ ਇਸ ਪੰਥ ਵਿੱਚ ਨਹੀਂ ਵਿਚਰ ਸਕਦਾ। ਵਾਕਈ ਜਜ਼ਬਾ ਸੀ, ਜਜ਼ਬਾ ਸੀ। ਬਹੁਤ ਮਿਹਰਬਾਨੀ ਸਰ, ਬਹੁਤ ਧੰਨਵਾਦ, ਬਹੁਤ ਧੰਨਵਾਦ। ਅਸੀਂ ਜੁੜਦੇ ਰਵਾਂਗੇ, ਇਤਿਹਾਸ ਦੀਆਂ ਉਹਨਾਂ ਬੰਦ ਗਲੀਆਂ ਦੇ ਗੇੜੇ ਕੱਢਦੇ ਰਵਾਂਗੇ ਜਿਨ੍ਹਾਂ ਦੇ ਵਿੱਚ ਸਾਡੇ ਲਈ ਪ੍ਰੇਰਨਾ ਪਈ ਆ, ਸਾਡਾ ਮਾਰਗਦਰਸ਼ਨ ਕਰਦੀਆਂ ਨੇ, ਸਾਡੇ ਪੁਰਖਿਆਂ ਦਾ ਬਹੁਤ ਕੁਝ ਪਿਆ। ਬਹੁਤ ਮਿਹਰਬਾਨੀ ਜੀ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।